प्यारे बच्चों, क्लास 9ਵੀਂ ਦਾ ਪਾਠ ਜਲਵਾਯੂ ਕਾफ़ी ਵੱਡਾ ਪਾਠ ਹੈ। ਇਸ ਕਰਕੇ ਆਪਾਂ ਇਹਨੂੰ ਦੋ ਹਿੱਸਿਆਂ ਵਿੱਚ ਕਰਾਂਗੇ। ਅੱਜ ਪਹਿਲਾ ਭਾਗ ਕਰਦੇ ਹਾਂ। ਵਾਯੂਮੰਡਲ ਦਾ ਇੱਕ ਮਹੱਤਵਪੂਰਨ ਪਹਿਲੂ ਜਲਵਾਯੂ ਹੈ। ਇਹ ਉਹ ਤੱਤ ਹੈ ਜੋ ਬਨਸਪਤੀ ਦੇ ਜੀਵਾਂ ਦੀ ਵੰਡ ਦੀਆਂ ਹੱਦਾਂ ਤੈਅ ਕਰਦਾ ਹੈ। ਜਲਵਾਯੂ ਹੀ ਕਿਸੇ ਸਥਾਨ ਉੱਤੇ ਮਨੁੱਖ ਦੀਆਂ ਵੱਖੋ ਵੱਖ ਕਿਰਿਆਵਾਂ ਨੂੰ ਸੇਧ ਦਿੰਦਾ ਹੈ। ਹਾਲਾਂਕਿ ਹਰ ਸਥਾਨ ਦੇ ਮੌਸਮ ਅਤੇ ਜਲਵਾਯੂ ਦੇ ਤੱਤ ਇੱਕੋ ਜਿਹੇ ਹੀ ਹੁੰਦੇ ਹਨ, ਪਰ ਮੌਸਮ ਅਤੇ ਜਲਵਾਯੂ ਵਿੱਚ ਅੰਤਰ ਹੁੰਦਾ ਹੈ। ਮੌਸਮ ਕਿਸੇ ਥਾਂ ਦੇ ਵਿਸ਼ੇਸ਼ ਸਮੇਂ ਉੱਤੇ ਉਸ ਥਾਂ ਦੇ ਤਾਪਮਾਨ, ਵਰਖਾ, ਸੂਰਜੀ ਰੌਸ਼ਨੀ, ਵਾਯੂ ਦਬਾਅ ਅਤੇ ਪੌਣਾਂ ਦੀ ਹਾਲਤ ਨੂੰ ਕਹਿੰਦੇ ਹਨ। ਮੌਸਮ ਇੱਕ ਦਿਨ ਵਿੱਚ ਕਈ ਵਾਰ ਬਦਲ ਸਕਦਾ ਹੈ, ਪਰ ਜਲਵਾਯੂ ਨਹੀਂ ਬਦਲਦੀ। ਤਾਂ ਬੱਚਿਓ, ਆਪਾਂ ਨੂੰ ਅਕਸਰ ਪ੍ਰਸ਼ਨ ਆਉਂਦਾ ਹੈ ਮੌਸਮ ਅਤੇ ਜਲਵਾਯੂ ਵਿੱਚ ਕੀ ਅੰਤਰ ਹੈ। ਤਾਂ ਮੌਸਮ ਕਿਵੇਂ ਹੋ ਸਕਦਾ, ਜਿਵੇਂ ਆਪਾਂ ਕਈ ਵਾਰੀ ਕੀ ਦੇਖਦੇ ਹਾਂ, ਸਵੇਰੇ ਸਵੇਰੇ ਬਹੁਤ ਠੰਡ ਹੁੰਦੀ ਹੈ, ਦੁਪਹਿਰੇ ਗਰਮੀ ਹੋ ਜਾਂਦੀ ਹੈ, ਕਈ ਵਾਰੀ ਬੱਦਲ ਹੋ ਜਾਂਦੇ, ਮੀਂਹ ਪੈਣ ਲੱਗ ਪੈਂਦਾ ਆ। ਇਹ ਸਾਰਾ ਕੁਛ ਮੌਸਮ ਆ। ਯਾਨੀ ਇੱਕ ਦਿਨ ਦੇ ਵਿੱਚ ਜੇ ਕੋਈ ਹਾਲਾਤ ਸਾਡੇ ਵਾਤਾਵਰਨ ਵਿੱਚ ਬਦਲਦੇ ਆ ਤਾਂ ਉਹ ਸਾਡਾ ਮੌਸਮ ਹੈ। ਇੱਕ ਦਿਨ ਦੀ ਗੱਲ ਕਰਦੇ, ਇੱਕ ਦਿਨ 'ਚ ਕਈ ਵਾਰੀ ਬਦਲ ਸਕਦਾ ਹੈ। ਅਤੇ ਇਹਦੇ ਸੰਬੰਧ ਵਿੱਚ ਜਦੋਂ ਆਪਾਂ ਗੱਲ ਕਰਨੀ ਆ ਤਾਂ ਉਸ ਤੋਂ ਪਹਿਲਾਂ ਸਾਨੂੰ ਆ ਪਤਾ ਹੋਣਾ ਚਾਹੀਦਾ ਵੀ ਸਾਡਾ ਵਾਯੂਮੰਡਲ ਕੀ ਆ। ਤਾਂ ਵਾਯੂਮੰਡਲ ਨੂੰ ਅਸੀਂ 5 ਹਿੱਸਿਆਂ 'ਚ ਵੰਡਦੇ ਹਾਂ। ਅੱਗੇ ਦੇਖਦੇ ਹਾਂ ਅਗਲੀ ਪਿਕਚਰ ਦੇ ਵਿੱਚ। ਟ੍ਰੋਪੋਸਫੇਅਰ, ਸਟ੍ਰੈਟੋਸਫੇਅਰ, ਮੈਸੋਸਫੇਅਰ, ਥਰਮੋਸਫੇਅਰ ਅਤੇ ਐਗਜ਼ੋਸਫੇਅਰ। ਥੱਲੇ ਸਾਡੀ ਧਰਤੀ ਆ ਅਤੇ ਉੱਪਰ ਅਸੀਂ ਜਿਹੜੇ ਆ ਇਹ ਵੱਖ-ਵੱਖ ਮੰਡਲ ਜਿਹੜੇ ਆ 5 ਮੰਡਲ ਬਣਾਏ ਹੋਏ ਆ। ਕਿਲੋਮੀਟਰ ਤੈਅ ਕੀਤੇ ਹੋਏ, ਕਿਲੋਮੀਟਰ ਤੱਕ ਜਿਹੜਾ ਇੱਕ ਮੰਡਲ ਜਿਹੜਾ ਆਉਂਦਾ ਆ। ਜਿਵੇਂ ਸੌ ਮੰਡਲ ਜਿਹੜਾ ਆ ਸਾਡਾ ਜ਼ਿਆਦਾਤਰ ਵਾਹ ਇਹਦੇ ਨਾਲ ਹੀ ਪੈਂਦਾ ਆ। ਇਹਦੇ 20 ਕਿਲੋਮੀਟਰ ਤੱਕ ਹੈ, ਉਸ ਤੋਂ ਬਾਅਦ 50 ਕਿਲੋਮੀਟਰ ਤੱਕ, ਫਿਰ 100 ਕਿਲੋਮੀਟਰ। ਧਰਤੀ ਤੋਂ ਅਸੀਂ ਉੱਪਰ ਨੂੰ ਜੇ ਅਸਮਾਨ ਵੱਲ ਨੂੰ ਜਾਈਏ ਤਾਂ ਇਸ ਤਰ੍ਹਾਂ ਕਰਕੇ ਜਿਹੜੇ ਆ ਇਹ 5 ਮੰਡਲ ਜਿਹੜੇ ਆ ਇਹ ਸਾਇੰਸਦਾਨਾਂ ਨੇ ਖੋਜੇ ਨੇ। ਉਹਨਾਂ ਨੂੰ ਅਲੱਗ-ਅਲੱਗ ਲੇਅਰਸ ਦੇ ਵਿੱਚ ਵੰਡਿਆ ਹੋਇਆ ਆ। ਹੁਣ ਅੱਗੇ ਫਿਰ ਗੱਲ ਕਰਦੇ ਹਾਂ ਆਪਾਂ ਮੌਸਮ ਅਤੇ ਜਲਵਾਯੂ ਦੀ। ਕਿਸੇ ਸਥਾਨ 'ਤੇ ਲੰਮੇ ਸਮੇਂ ਦੇ ਮੌਸਮ ਲਗਭਗ 30 ਸਾਲਾਂ ਤੋਂ ਵੱਧ ਦੀ ਔਸਤ ਮਿੱਥ ਕੇ ਜੋ ਸਿੱਟਾ ਕੱਢਿਆ ਜਾਂਦਾ ਹੈ ਉਸ ਨੂੰ ਉਸ ਥਾਂ ਦੀ ਜਲਵਾਯੂ ਕਿਹਾ ਜਾਂਦਾ ਹੈ। ਹੁਣ ਮੌਸਮ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ, ਇੱਕ ਦਿਨ ਦੇ ਹਾਲਾਤ ਆ। ਅਤੇ ਜਦੋਂ ਜਲਵਾਯੂ ਦੀ ਗੱਲ ਕਰਾਂਗੇ ਤੱਤ ਉਹੀ ਰਹਿਣਗੇ, ਸੇਮ ਤੱਤ ਨਹੀਂ ਬਦਲਦੇ। ਜਲਵਾਯੂ ਅਤੇ ਮੌਸਮ ਦੇ ਵਿੱਚ ਤੱਤ ਨਹੀਂ ਬਦਲਦੇ ਜੋ ਉਹਨਾਂ ਨੂੰ ਤਿਆਰ ਕਰਦੇ ਆ। ਮੌਸਮ ਕਿਹੋ ਜਿਹਾ ਹੋਣਾ ਚਾਹੀਦਾ ਜਾਂ ਜਲਵਾਯੂ ਕਿਹੋ ਜਿਹੀ ਹੋਣੀ ਚਾਹੀਦੀ, ਉਹ ਤੱਤ ਸਾਰੀ ਥਾਂ ਦੇ ਇੱਕੋ ਜਿਹੇ ਆ, ਪਰ ਮੌਸਮ ਇੱਕ ਦਿਨ 'ਚ ਕਈ ਵਾਰੀ ਬਦਲਦਾ ਹੈ। ਅਤੇ ਜਲਵਾਯੂ ਜਿਹੜੀ ਆ ਉਹ ਕੀ ਆ, ਉਹ ਅਸੀਂ ਲਗਭਗ 30 ਸਾਲਾਂ ਦਾ ਅਧਿਐਨ ਕਰਦੇ ਹਾਂ ਵੀ ਉਹਦਾ ਔਸਤ ਕਰਦੇ ਹਾਂ ਵੀ ਉੱਥੋਂ ਦੀ ਜਲਵਾਯੂ ਗਰਮ ਹੋਊਗੀ ਕਿ ਠੰਡੀ ਹੋਊਗੀ। ਜਲਵਾਯੂ ਲੰਬੇ ਸਮੇਂ ਦੇ ਤਾਪਮਾਨ, ਵਾਯੂ ਦਾ ਪੌਣਾ ਅਤੇ ਵਰਖਾ ਦੀ ਔਸਤ 'ਤੇ ਨਿਰਭਰ ਹੁੰਦਾ ਹੈ। ਜਲਵਾਯੂ ਵਿਗਿਆਨ ਉਹ ਵਿਗਿਆਨ ਹੈ ਜੋ ਧਰਤੀ ਦੇ ਵੱਖ-ਵੱਖ ਕਿਸਮ ਦੇ ਜਲਵਾਯੂ ਅਤੇ ਉਹਨਾਂ ਦੇ ਕੁਦਰਤੀ ਵਾਤਾਵਰਨ ਉੱਤੇ ਪ੍ਰਭਾਵ ਦਾ ਅਧਿਐਨ ਕਰਦਾ ਹੈ। ਜਲਵਾਯੂ 'ਤੇ ਪ੍ਰਭਾਵ ਪਾਉਣ ਵਾਲੇ ਮੁੱਖ ਤੱਤ। ਹੁਣ ਅੱਗੇ ਆਪਾਂ ਦੇਖਦੇ ਹਾਂ ਵੀ ਜਲਵਾਯੂ 'ਤੇ ਕਿਹੜੇ ਤੱਤ ਜ਼ਿਆਦਾ ਪ੍ਰਭਾਵ ਪਾਉਂਦੇ ਆ। ਧਰਤੀ ਦੀ ਸਤਹ 'ਤੇ ਕਈ ਕਿਸਮ ਦੀਆਂ ਖੇਤਰੀ ਭਿੰਨਤਾਵਾਂ ਮਿਲਦੀਆਂ ਹਨ। ਕਈ ਹਿੱਸੇ ਬੇਅੰਤ ਗਰਮ ਅਤੇ ਕਈ ਠੰਡੇ ਹਨ, ਜਦੋਂ ਕਿ ਅਕਸ਼ਾਂਸ਼ੀ ਸਥਿਤੀ ਬਹੁਤੀ ਫਰਕ ਨਾ ਹੋਣ 'ਤੇ ਵੀ ਕੋਈ ਦੋ ਦੇਸ਼ਾਂ ਜਾਂ ਇਲਾਕਿਆਂ ਦਾ ਜਲਵਾਯੂ ਵੱਖ-ਵੱਖ ਹੁੰਦਾ ਹੈ। ਉਦਾਹਰਨ ਵਜੋਂ ਭਾਰਤੀ ਉਪ ਮਹਾਂਦੀਪ ਦੇ ਉੱਤਰ ਵਿੱਚ ਹਿਮਾਲਿਆ ਦੀ ਕਿਸੇ ਥਾਂ ਦੀ ਜਲਵਾਯੂ 'ਤੇ ਪ੍ਰਭਾਵ ਪਾਉਣ ਵਾਲੇ ਮੁੱਖ ਕਾਰਕ ਇਹ ਹਨ। ਹੁਣ ਤੱਤ ਆਪਾਂ ਪੜ੍ਹਨੇ ਵੀ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਕਿਹੜੇ ਹਨ। ਸਭ ਤੋਂ ਪਹਿਲਾਂ ਆ ਭੂ ਮੱਧ ਰੇਖਾ ਤੋਂ ਦੂਰੀ। ਹੁਣ ਸਾਨੂੰ ਪਤਾ ਵੀ ਇੱਕ ਐਸੀ ਕਾਲਪਨਿਕ ਰੇਖਾ ਆ, ਅਸਲ ਦੇ ਵਿੱਚ ਨਹੀਂ ਹੈਗੀ। ਅਸੀਂ ਗਲੋਬ ਬਣਾਇਆ, ਗਲੋਬ ਦੇ ਉੱਤੇ ਇੱਕ ਰੇਖਾ ਖਿੱਚੀ ਜਿਹੜੀ ਧਰਤੀ ਦੇ ਜੋ ਗੋਲਾ ਆ ਉਹਨੂੰ ਦੋ ਹਿੱਸਿਆਂ 'ਚ ਵੰਡਦਾ ਹੈ, ਉੱਤਰੀ ਗੋਲਾ ਅਰਧ ਅਤੇ ਦੱਖਣੀ ਗੋਲਾ ਅਰਧ। ਉਹ ਵਿੱਚ ਜਿਹੜੀ ਇੱਕ ਕਾਲਪਨਿਕ ਰੇਖਾ ਉਹਨੂੰ ਅਸੀਂ ਭੂ ਮੱਧ ਰੇਖਾ ਕਹਿੰਦੇ ਹਾਂ। ਭੂ ਮੱਧ ਰੇਖਾ ਉੱਤੇ ਸੂਰਜ ਦੀਆਂ ਕਿਰਨਾਂ ਸਾਰਾ ਸਾਲ ਸਿੱਧੀਆਂ ਪੈਂਦੀਆਂ ਹਨ, ਇਸ ਲਈ ਭੂ ਮੱਧ ਰੇਖਾ 'ਤੇ ਸਾਰਾ ਸਾਲ ਗਰਮੀ
ਪੈਂਦੀ ਹੈ। ਜਿਉਂ-ਜਿਉਂ ਭੂ-ਮੱਧ ਰੇਖਾ ਤੋਂ ਧਰੁਵਾਂ ਵੱਲ ਨੂੰ ਜਾਈਏ ਗਰਮੀ ਘਟਦੀ ਜਾਂਦੀ ਹੈ। ਭਾਰਤ ਦਾ ਦੱਖਣੀ ਭਾਗ ਭੂ-ਮੱਧ ਰੇਖਾ ਦੇ ਨੇੜੇ ਹੈ ਅਤੇ ਕਰਕ ਰੇਖਾ ਭਾਰਤ ਦੇ ਮੱਧ ਵਿੱਚੋਂ ਲੰਘਦੀ ਹੈ। ਭਾਰਤ ਦੇ ਦੱਖਣੀ ਭਾਗ ਵਿੱਚ ਉੱਤਰੀ ਖਿੱਤੇ ਦੇ ਮੁਕਾਬਲੇ ਕਿਤੇ ਵੱਧ ਗਰਮੀ ਰਹਿੰਦੀ ਹੈ। ਹੁਣ ਜਦੋਂ ਅਸੀਂ ਭੂ-ਮੱਧ ਰੇਖਾ ਦੀ ਗੱਲ ਕਰਨੀ ਹੈ ਤਾਂ ਇਹਦੇ ਸੰਬੰਧ ਵਿੱਚ ਅੱਗੇ ਦੇਖੋ, ਆਹ ਦੇਖੋ, ਇੱਕ ਸਮਝ ਲਓ ਇੱਕ ਗੇਂਦ ਆ, ਉਹਨੂੰ ਆਪਾਂ ਦੋ ਹਿੱਸਿਆਂ 'ਚ ਵੰਡ ਦਿੰਦੇ ਹਾਂ ਅਤੇ ਜਿਹੜੀ ਵਿਚਕਾਰਲਾ ਹਿੱਸਾ ਆ ਜਿੱਥੋਂ ਅਸੀਂ ਉਹਨੂੰ ਜੋੜਨਾ ਦੋ ਗੇਂਦ ਨੂੰ, ਉਹਨੂੰ ਅਸੀਂ ਭੂ-ਮੱਧ ਰੇਖਾ ਕਹਾਂਗੇ। ਅੱਗੇ ਹੋਰ ਦੇਖ ਲੈਂਦੇ ਹਾਂ। ਆਹ ਤੁਸੀਂ ਦੇਖੋ ਇੱਕ ਜਗ੍ਹਾ 'ਤੇ ਇਕੁਏਟਰ ਲਿਖਿਆ ਹੈ, ਤਾਂ ਆਹ ਗਲੋਬ ਹੈ ਸਾਡਾ, ਆਹ ਇਕੁਏਟਰ ਆ। ਹੁਣ ਇਹ 'ਚ ਸਮਝਣ 'ਚ ਵੀ ਸਾਨੂੰ ਆਸਾਨੀ ਰਹਿੰਦੀ ਆ। ਆਹ ਇੱਕ ਪਾਸੇ ਸੂਰਜ ਆ, ਇਕੁਏਟਰ ਜਿਹੜਾ ਲਿਖਿਆ ਉਹ ਭੂ-ਮੱਧ ਰੇਖਾ ਆ। ਹੁਣ ਤੁਸੀਂ ਦੇਖੋ ਸੂਰਜ ਦਾ ਜਿਹੜਾ ਗੋਲਾ ਆ, ਜਿਹੜਾ ਅਗਲਾ ਹਿੱਸਾ ਜਿਹੜਾ ਅੱਗੇ ਵਧਿਆ ਹੋਇਆ, ਉਹ ਇੱਧਰੋਂ ਇਕੁਏਟਰ ਦਾ ਹਿੱਸਾ ਵਧਿਆ ਹੋਇਆ, ਯਾਨੀ ਇਹ ਦੋਵੇਂ ਹਿੱਸੇ ਇੱਕ ਦੂਜੇ 'ਤੇ ਲਾਗੇ ਆ। ਤਾਂ ਇੱਥੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਸੂਰਜ ਭੂ-ਮੱਧ ਰੇਖਾ ਦੇ ਜ਼ਿਆਦਾਤਰ ਲਾਗੇ ਰਹਿੰਦਾ, ਇਸ ਕਰਕੇ ਇਹ ਖੇਤਰ ਵਿੱਚ ਗਰਮੀ ਰਹਿੰਦੀ ਹੈ ਅਤੇ ਇੱਥੋਂ ਦੀ ਜਲਵਾਯੂ ਕੀ ਹੋਊਗੀ? ਗਰਮ ਹੋਊਗੀ। ਤਾਂ ਜੋ ਸਾਡਾ ਪਹਿਲਾ ਮੁੱਖ ਪੁਆਇੰਟ ਹੈਗਾ ਆ ਭੂ-ਮੱਧ ਰੇਖਾ ਤੋਂ ਦੂਰੀ, ਉਹ ਤੋਂ ਅਸੀਂ ਇਹ ਲਾ ਸਕਦੇ ਹਾਂ ਵੀ ਜੇ ਸੂਰਜ ਭੂ-ਮੱਧ ਰੇਖਾ ਜਿਹੜਾ ਭੂ-ਮੱਧ ਰੇਖਾ ਵਾਲਾ ਖੇਤਰ ਆ, ਉਸ ਖੇਤਰ ਦੀ ਜਲਵਾਯੂ ਗਰਮ ਹੋਊਗੀ ਅਤੇ ਜਿਉਂ-ਜਿਉਂ ਅਸੀਂ ਉਸ ਤੋਂ ਉੱਪਰ ਨੂੰ ਜਾਈ ਜਾਵਾਂਗੇ ਧਰੁਵਾਂ ਵੱਲ ਨੂੰ, ਉੱਤਰੀ ਧਰੁਵ ਜਾਂ ਦੱਖਣੀ ਧਰੁਵ ਵੱਲ ਨੂੰ, ਤਾਂ ਤਾਪਮਾਨ ਜਿਹੜਾ ਆ ਉਹ ਠੰਡਾ ਹੁੰਦਾ ਜਾਏਗਾ, ਕਿਉਂਕਿ ਸੂਰਜ ਵੀ ਘੁੰਮਦਾ ਜਾਂਦਾ, ਪਿੱਛੇ ਨੂੰ ਜਾਈ ਜਾਂਦਾ ਅਤੇ ਉੱਧਰੋਂ ਧਰਤੀ ਵੀ ਪਿੱਛੇ ਨੂੰ ਜਾਈ ਜਾਂਦੀ, ਤਾਂ ਫਰਕ ਵੱਧਦਾ ਜਾਂਦਾ। ਦੂਸਰਾ ਪੁਆਇੰਟ ਹੈ ਸਮੁੰਦਰ ਤੋਂ ਦੂਰੀ। ਜਿਹੜੇ ਸਥਾਨ ਸਮੁੰਦਰ ਦੇ ਨੇੜੇ ਹੋਣਗੇ ਉਹ ਗਰਮੀਆਂ ਨੂੰ ਘੱਟ ਗਰਮ ਅਤੇ ਸਰਦੀਆਂ ਨੂੰ ਘੱਟ ਠੰਡੇ ਹੋਣਗੇ। ਮੁੰਬਈ ਸ਼ਹਿਰ ਸਮੁੰਦਰ ਦੇ ਨੇੜੇ ਹੈ, ਇਸ ਲਈ ਉਸ ਦੀਆਂ ਗਰਮੀਆਂ ਅਤੇ ਸਰਦੀਆਂ ਦੇ ਤਾਪਮਾਨ ਵਿੱਚ ਬਹੁਤ ਘੱਟ ਅੰਤਰ ਹੁੰਦਾ ਹੈ, ਯਾਨੀ ਇੱਥੇ ਤਾਪਮਾਨ ਤਕਰੀਬਨ ਇੱਕੋ ਜਿਹਾ ਰਹਿੰਦਾ ਹੈ। ਜਿਵੇਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ 'ਚ ਕੀ ਹੁੰਦਾ, ਸਰਦੀਆਂ 'ਚ ਠੰਡ ਬਹੁਤ ਪੈਂਦੀ, ਗਰਮੀਆਂ 'ਚ ਵੀ ਗਰਮੀ ਬਹੁਤ ਪੈਂਦੀ। ਪਰ ਇਹ ਖੇਤਰ ਜਿਹੜੇ ਆ ਸਮੁੰਦਰ ਦੇ ਲਾਗੇ, ਜਿਹੜੇ ਸਮੁੰਦਰ ਦੇ ਕੰਢੇ ਦੇ ਨਾਲ ਖੇਤਰ ਜਿਹੜੇ ਹੈਗੇ ਆ, ਇਹਨਾਂ ਖੇਤਰਾਂ ਦੇ ਵਿੱਚ ਤਾਪਮਾਨ ਤਕਰੀਬਨ ਇੱਕੋ ਜਿਹਾ ਰਹਿੰਦਾ ਹੈ, ਨਾ ਤਾਂ ਬਹੁਤੀ ਠੰਡ ਪੈਂਦੀ ਨਾ ਬਹੁਤੀ ਗਰਮੀ ਪੈਂਦੀ ਹੈ। ਅੰਮ੍ਰਿਤਸਰ ਸਮੁੰਦਰ ਤੋਂ ਦੂਰ ਹੈ, ਇਸ ਲਈ ਉੱਥੋਂ ਦਾ ਤਾਪਮਾਨ ਗਰਮੀਆਂ ਵਿੱਚ ਜ਼ਿਆਦਾ ਗਰਮ ਅਤੇ ਸਰਦੀਆਂ ਵਿੱਚ ਬਹੁਤ ਜ਼ਿਆਦਾ ਠੰਡਾ ਹੁੰਦਾ ਹੈ। ਇਸ ਦੀ ਗੱਲ ਤਾਂ ਆਪਾਂ ਕਰ ਚੁੱਕੇ ਹਾਂ, ਇਹਦੀ ਵੀ ਗੱਲ ਕਰ ਚੁੱਕੇ ਹਾਂ, ਨਾਰਥ ਪੋਲ ਸਾਊਥ ਪੋਲ ਦੀ ਵੀ ਗੱਲ ਕਰ ਚੁੱਕੇ ਹਾਂ। ਸੈਂਟੀਗ੍ਰੇਡ ਜਾਂ ਫਾਰਨਹਾਈਟ ਮਨੁੱਖੀ ਸਰੀਰ ਕਿਸੇ ਵਸਤ ਜਾਂ ਹਵਾ ਦੀ ਗਰਮੀ ਜਾਂ ਠੰਡਕ ਨਾਪਣ ਵਾਲੇ ਦਰਜੇ ਨੂੰ ਤਾਪਮਾਨ ਕਿਹਾ ਜਾਂਦਾ ਹੈ, ਜੋ ਸੈਂਟੀਗ੍ਰੇਡ ਸੈਲਸੀਅਸ ਜਾਂ ਫਾਰਨਹਾਈਟ ਡਿਗਰੀ ਵਿੱਚ ਦਿਖਾਇਆ ਜਾਂਦਾ ਹੈ। ਤਾਪਮਾਨ ਨੂੰ ਨਾਪਣ ਦੇ ਦੋ ਢੰਗ ਆ, ਇੱਕ ਸੈਂਟੀਗ੍ਰੇਡ ਦੇ ਰਾਹੀਂ, ਇੱਕ ਫਾਰਨਹਾਈਟ ਦੇ ਰਾਹੀਂ। ਜਦੋਂ ਆਪਾਂ ਬੁਖਾਰ ਵੀ ਆਪਣਾ ਚੈੱਕ ਕਰਦੇ ਹਾਂ ਤਾਂ ਸੈਂਟੀਗ੍ਰੇਡ ਦੇ ਰਾਹੀਂ ਆਪਾਂ ਦੇਖਦੇ ਹਾਂ ਜਾਂ ਫਾਰਨਹਾਈਟ ਦੇ ਰਾਹੀਂ ਦੇਖਦੇ ਹਾਂ ਵੀ ਕਿੰਨਾ ਹੈਗਾ। ਜਾਂ ਜੇ ਆਪਾਂ ਦਿਨ ਦਾ ਤਾਪਮਾਨ ਦੇਖਦੇ ਹਾਂ, ਕਈ ਵਾਰੀ ਆਪਾਂ ਕਹਿੰਦੇ ਅੱਜ ਤਾਪਮਾਨ ਜਿਹੜਾ 20 ਡਿਗਰੀ ਆ ਤਾਂ ਅੱਜ ਜਿਹੜਾ 44 ਡਿਗਰੀ ਆ, ਤਾਂ ਉਹ ਜਿਹੜਾ ਆ ਇਹਨਾਂ ਦੇ ਰਾਹੀਂ ਹੀ ਨਾਪਿਆ ਜਾਂਦਾ ਹੈ। ਤੀਸਰਾ ਪੁਆਇੰਟ ਹੈ ਸਮੁੰਦਰ ਤੋਂ ਉਚਾਈ। ਕਿਸੇ ਥਾਂ ਦੀ ਉਚਾਈ ਜਿਉਂ-ਜਿਉਂ ਵੱਧਦੀ ਜਾਂਦੀ ਹੈ ਤਿਉਂ-ਤਿਉਂ ਉਸ ਥਾਂ ਦਾ ਤਾਪਮਾਨ ਘਟਦਾ ਜਾਂਦਾ ਹੈ। ਜਿਉਂ-ਜਿਉਂ ਅਸੀਂ ਧਰਤੀ ਤੋਂ ਉੱਪਰ ਨੂੰ ਜਾਈ ਜਾਵਾਂਗੇ, ਜਿੱਥੇ ਅਸੀਂ ਖੜ੍ਹੇ ਹਾਂ ਉਸ ਤੋਂ ਤਾਂ ਨੂੰ ਜਾਈ ਜਾਵਾਂਗੇ ਅਤੇ ਉੱਪਰ ਨੂੰ ਤਾਪਮਾਨ ਘਟਦਾ ਆ ਜਾਵਾਂਗੇ ਉੱਪਰ, ਪਰ ਤਾਪਮਾਨ ਘਟੂਗਾ। ਇਸ ਗੱਲ ਨੂੰ ਦਿਮਾਗ 'ਚ ਬਿਠਾ ਲਿਓ। ਜਿਵੇਂ ਸ਼ਿਮਲਾ ਜਲੰਧਰ ਨਾਲੋਂ ਜ਼ਿਆਦਾ ਠੰਡਾ ਹੁੰਦਾ, ਇਸ ਦਾ ਮੁੱਖ ਕਾਰਨ ਇਹ ਹੈ ਕਿ ਧਰਤੀ ਦੇ ਨੇੜੇ ਦੀ ਹਵਾ ਜ਼ਿਆਦਾ ਸੰਘਣੀ ਹੋਣ ਕਾਰਨ ਵਧੇਰੇ ਗਰਮ ਹੁੰਦੀ ਹੈ, ਪਰ ਜਿਉਂ-ਜਿਉਂ ਅਸੀਂ ਉਚਾਈ ਵੱਲ ਵੱਧਦੇ ਜਾਂਦੇ ਹਾਂ ਤਾਂ ਹਵਾ ਦਾ ਸੰਘਣਾਪਣ ਘਟਦਾ ਜਾਂਦਾ ਹੈ ਅਤੇ ਉਹ ਠੰਡੀ ਹੁੰਦੀ ਜਾਂਦੀ ਹੈ। ਉਂਝ ਵੀ ਹਵਾ ਵਿੱਚ ਗਰਮੀ ਸੰਵਹਨ ਕਿਰਿਆ ਕਰਕੇ ਹੁੰਦੀ ਹੈ, ਜਿਸ ਕਾਰਨ ਧਰਤੀ ਨੇੜੇ ਗਰਮੀ ਵੱਧ ਅਤੇ ਉਚਾਈ ਵਧਣ 'ਤੇ ਤਾਪਮਾਨ ਘੱਟ ਰਹਿੰਦਾ ਹੈ। ਯਾਨੀ ਜਿਉਂ-ਜਿਉਂ ਅਸੀਂ ਉੱਪਰ ਨੂੰ ਜਾਵਾਂਗੇ ਅਸਮਾਨ ਵਾਲੇ ਪਾਸੇ ਨੂੰ, ਤਾਂ ਸਾਡਾ ਤਾਪਮਾਨ ਜਿਹੜਾ ਉਹ ਘਟਦਾ ਜਾਵੇਗਾ। ਤਾਂ ਇੱਕ ਅੱਗੇ ਬੱਚਿਓ, ਤੁਸੀਂ ਦੇਖ ਰਹੇ ਇੱਕ ਤਸਵੀਰ, ਇੱਕ ਲਾਈਨ ਸਿੱਧੀ ਥੱਲੇ ਜਾ ਰਹੀ ਹੈ। ਜਿਹੜਾ ਨੀਲਾ ਨੀਲਾ ਥੱਲੇ ਦਿਖ ਰਿਹਾ ਤੁਹਾਨੂੰ, ਇਹ ਸਮੁੰਦਰ ਆ। ਹੁਣ ਆਪਾਂ ਕੀ ਕਰ ਰਹੇ ਹਾਂ ਇਹਦੇ ਵਿੱਚ, ਦੇਖੋ ਤੁਸੀਂ, ਆਪਾਂ
ਕਿਹਾ ਸੀ ਵੀ ਸਮੁੰਦਰ ਤੋਂ ਉਚਾਈ, ਤੇ ਸਮੁੰਦਰ ਤੋਂ ਉਚਾਈ ਨਾਪਣ ਦਾ ਇੱਕ ਢੰਗ ਹੁੰਦਾ ਆ। ਇਹ ਦੇਖੋ ਇੱਕ ਲੇਜ਼ਰ ਬੀਮ ਆ ਜਿਹੜੀ ਸੈਟੇਲਾਈਟ ਦੇ ਰਾਹੀਂ ਅਸਮਾਨ ਦੇ ਉਹ ਹੇਠਾਂ ਥੱਲੇ ਮਾਰੀ ਜਾ ਰਹੀ ਆ, ਤੇ ਉਹ ਲੇਜ਼ਰ ਬੀਮ ਜਦੋਂ ਥੱਲੇ ਜਾਂਦੀ ਹੈ ਤਾਂ ਸਮੁੰਦਰ ਤਲ ਨੂੰ ਟੱਚ ਕਰਕੇ ਵਾਪਸ ਆਉਂਦੀ ਹੈ। ਵਾਪਸ ਆ ਕੇ ਫਿਰ ਉਹ ਦੱਸਦੀ ਹੈ ਵੀ ਸਮੁੰਦਰ ਇਸ ਏਰੀਏ ਦੇ ਵਿੱਚ ਕਿੰਨਾ ਡੂੰਘਾ ਹੈ। ਇਹਦਾ ਕਾਰਨ ਇਹ ਆ ਤੁਹਾਨੂੰ ਦੱਸਣ ਦਾ, ਦੇਖੋ ਜਿਵੇਂ ਨਵੀਂ ਦਿੱਲੀ ਲਿਖਿਆ ਨਾ, ਇੱਥੇ ਲਿਖਿਆ ਸਮੁੰਦਰ ਤਲ ਸੇ ਉਚਾਈ 214.42 214.42 मीटर। ਸਮੁੰਦਰ ਤਲ ਤੋਂ ਉੱਚੀ ਆ ਦਿੱਲੀ, ਕਿੰਨੀ ਆ? 214 ਮੀਟਰ। ਤਾਂ ਇਹ ਜਿਹੜੇ ਸਾਨੂੰ ਦੱਸਣ ਦਾ ਇੱਕ ਢੰਗ ਆ ਵੀ ਇਸ ਖੇਤਰ ਦੇ ਵਿੱਚ ਜਿਹੜੀ ਉਚਾਈ ਕਿੰਨੀ ਆ। ਜਿਉਂ-ਜਿਉਂ ਅਸੀਂ ਹੁਣ ਸਾਨੂੰ ਪਤਾ ਵੀ ਜਿਹੜੀ ਮਾਊਂਟ ਐਵਰੈਸਟ ਆ ਉਹ 8848 ਮੀਟਰ ਆ। ਉਹਦੀ ਉਚਾਈ ਕਿੱਥੋਂ ਆ? ਧਰਤੀ ਤੋਂ ਨਹੀਂ, ਸਮੁੰਦਰ ਤਲ ਤੋਂ। ਅਤੇ ਸਮੁੰਦਰ ਤਲ ਨੂੰ ਅਸੀਂ ਕਿਵੇਂ ਨਾਪਾਂਗੇ? ਜਿਵੇਂ ਅਸੀਂ ਫੋਟੋ ਦੇਖੀ ਆ, ਇਹ ਲੇਜ਼ਰ ਬੀਮ ਦੇ ਰਾਹੀਂ ਅੱਜ ਕੱਲ੍ਹ ਨਾਪਿਆ ਜਾਂਦਾ ਹੈ, ਜਦਕਿ ਪਹਿਲੇ ਤਰੀਕੇ ਕੁਛ ਹੋਰ ਸੀਗੇ। ਰੱਸੀ ਦੇ ਰਾਹੀਂ ਕੋਈ ਭਾਰੀ ਚੀਜ਼ ਥੱਲੇ ਸੁੱਟ ਕੇ ਥੱਲੇ ਸਮੁੰਦਰ ਤਲ ਦੀ ਉਚਾਈ ਦੇਖੀ ਜਾਂਦੀ, ਉਹਨੂੰ ਬਹੁਤ ਸਮਾਂ ਲੱਗਦਾ ਸੀ ਅਤੇ ਐਗਜ਼ੈਕਟ ਸਾਨੂੰ ਮਿਲਦੀ ਨਹੀਂ ਸੀ। ਅਤੇ ਲੇਜ਼ਰ ਬੀਮ ਦੇ ਰਾਹੀਂ ਵਿਦਿਨ ਸੈਕਿੰਡਸ ਦੇ ਵਿੱਚ ਅਸੀਂ ਜਿਹੜੀ ਆ ਸਮੁੰਦਰ ਤਲ ਦੀ ਗਹਿਰਾਈ ਨਾਪ ਸਕਦੇ ਹਾਂ। ਆਹ ਦੇਖੋ ਤੁਹਾਨੂੰ ਕੀ ਦਿਖਾਇਆ ਜਾ ਰਿਹਾ, J&K ਵੈਦਰ, ਯਾਨੀ ਜੰਮੂ ਕਸ਼ਮੀਰ ਦਾ ਮੌਸਮ ਆ। ਉੱਥੇ ਬਰਫ਼ ਪਈ ਹੋਈ ਆ, ਔਰ ਮੁੰਬਈ ਦੇ ਵਿੱਚ, ਚੇਨਈ ਦੇ ਵਿੱਚ ਕਦੀ ਬਰਫ਼ ਨਹੀਂ ਪੈਂਦੀ, ਕਿਉਂਕਿ ਸਾਰਾ ਸਾਲ ਮੌਸਮ ਇੱਕੋ ਜਿਹਾ ਰਹਿੰਦਾ ਹੈ। ਜਦ ਕਿ ਜੰਮੂ ਕਸ਼ਮੀਰ ਕਿਉਂਕਿ ਪਹਾੜਾਂ 'ਤੇ ਆ, ਜਿਉਂ-ਜਿਉਂ ਅਸੀਂ ਉੱਪਰ ਨੂੰ ਜਾਂਦੇ ਹਾਂ ਤਾਂ ਸਾਨੂੰ ਕੀ ਆ, ਇਹੋ ਜਿਹੇ ਹਾਲਾਤ ਦੇਖਣ ਨੂੰ ਮਿਲਦੇ ਆ। ਚੌਥਾ ਆ ਧਰਾਤਲੀ ਅਸਰ। ਧਰਾਤਲ ਦਾ ਜਲਵਾਯੂ 'ਤੇ ਬੜਾ ਪ੍ਰਭਾਵ ਪੈਂਦਾ ਹੈ। ਉੱਚੇ ਪਹਾੜ ਗਰਮ ਜਾਂ ਠੰਡੀਆਂ ਹਵਾਵਾਂ ਨੂੰ ਰੋਕ ਲੈਂਦੇ ਹਨ। ਹਿਮਾਲਿਆ ਪਰਬਤ ਸਰਦੀਆਂ ਵਿੱਚ ਮੱਧ ਏਸ਼ੀਆ ਤੋਂ ਆਉਣ ਵਾਲੀਆਂ ਠੰਡੀਆਂ ਅਤੇ ਖੁਸ਼ਕ ਪੌਣਾਂ ਨੂੰ ਭਾਰਤ ਵਿੱਚ ਦਾਖਲ ਨਹੀਂ ਹੋਣ ਦਿੰਦਾ, ਜਿਸ ਦੇ ਸਿੱਟੇ ਵਜੋਂ ਸਰਦੀਆਂ ਵਿੱਚ ਭਾਰਤ ਦਾ ਔਸਤ ਤਾਪਮਾਨ ਕਿਸੇ ਅਕਸ਼ਾਂਸ਼ੀ ਸਥਿਤੀ ਵਾਲੇ ਉੱਤਰੀ ਅਮਰੀਕੀ ਇਲਾਕੇ ਦੇ ਮੁਕਾਬਲੇ 5 ਡਿਗਰੀ ਤੋਂ 8 ਡਿਗਰੀ ਸੈਲਸੀਅਸ ਤੱਕ ਵੱਧ ਹੁੰਦਾ ਹੈ। ਗਰਮੀਆਂ ਦੀ ਰੁੱਤ 'ਤੇ ਨਮੀ ਭਰੀਆਂ ਦੱਖਣ ਪੱਛਮੀ ਮਾਨਸੂਨ ਪੌਣਾਂ ਨੂੰ ਵੀ ਹਿਮਾਲਿਆ ਪਰਬਤ ਰੋਕਦਾ ਹੈ, ਜਿਸ ਕਾਰਨ ਉੱਤਰੀ ਅਤੇ ਪੱਛਮੀ ਭਾਰਤ ਵਿੱਚ ਵਰਖਾ ਹੁੰਦੀ ਹੈ। ਜੇਕਰ ਹਿਮਾਲਿਆ ਪਰਬਤ ਨਾ ਹੁੰਦਾ ਤਾਂ ਭਾਰਤੀ ਉਪ ਮਹਾਂਦੀਪ ਦਾ ਉੱਤਰੀ ਹਿੱਸਾ ਠੰਡਾ ਮਾਰੂਥਲ ਹੁੰਦਾ। ਹੁਣ ਦੋ ਫਾਇਦੇ ਇਹ 'ਚ ਦੱਸੇ ਆ। ਦੇਖੋ ਆਹ ਫੋਟੋ ਤੁਸੀਂ ਦੇਖ ਰਹੇ ਹੋ, ਜਿੰਨਾ ਵੀ ਆ ਵਿੱਚ ਬਰਾਊਨ ਜਿਹਾ, ਇਹ ਹਿਮਾਲਿਆ ਪਰਬਤ ਆ। ਉਸ ਤੋਂ ਉੱਪਰ ਤੁਸੀਂ ਦੇਖੋਗੇ ਉਹ ਸਾਰਾ ਚਿੱਟਾ ਚਿੱਟਾ ਦਿਖ ਰਿਹਾ ਤੁਹਾਨੂੰ, ਇਹ ਸਾਰਾ ਕੀ ਹੈ? ਇੱਥੇ ਬਰਫ਼ ਹੀ ਬਰਫ਼ ਆ। ਰੂਸ ਹੈਗਾ, ਰੂਸ, ਚਾਈਨਾ, ਇਹ ਸਾਰਾ ਏਰੀਆ ਉੱਪਰਲਾ ਠੰਡਾ ਹੈਗਾ। ਹੁਣ ਹਿਮਾਲਿਆ ਪਰਬਤ ਦੀ ਉਚਾਈ ਸਾਨੂੰ ਪਤਾ ਹੈਗੀ ਆ ਵੀ ਜਿਹੜੀ ਐਵਰੇਜ ਉਚਾਈ ਹੈ 4 ਤੋਂ 5 ਹਜ਼ਾਰ ਕਿਲੋਮੀਟਰ ਹੈਗੀ ਹੈ। ਇਸ ਤੋਂ ਉੱਚੀਆਂ ਚੋਟੀਆਂ ਵੀ ਹੈਗੀਆਂ। ਹੁਣ ਇਹਦਾ ਫਾਇਦਾ ਕੀ ਹੁੰਦਾ? ਜਿਹੜੀਆਂ ਉੱਪਰੋਂ ਹਵਾਵਾਂ ਠੰਡੀਆਂ ਬਰਫੀਲੀਆਂ ਇੱਧਰ ਨੂੰ ਆਉਂਦੀਆਂ, ਹਿਮਾਲਿਆ ਪਰਬਤ ਇਹਨੂੰ ਰੋਕ ਲੈਂਦਾ ਹੈ। ਇੱਕ ਫਾਇਦਾ ਇਹ ਹੁੰਦਾ ਹੈ। ਦੂਸਰਾ ਫਾਇਦਾ ਇਹ ਹੁੰਦਾ ਵੀ ਜਿਹੜੀਆਂ ਮਾਨਸੂਨ ਪੌਣਾਂ ਸਾਡੇ ਹਿੰਦ ਮਹਾਸਾਗਰ, ਬੰਗਾਲ ਦੀ ਖਾੜੀ, ਅਰਬ ਸਾਗਰ ਤੋਂ ਹੁੰਦੀਆਂ ਹੋਈਆਂ ਹਿਮਾਲਿਆ ਪਰਬਤ ਵੱਲ ਨੂੰ ਜਾਂਦੀਆਂ, ਹਿਮਾਲਿਆ ਪਰਬਤ ਉਹਨਾਂ ਨੂੰ ਵੀ ਰੋਕ ਲੈਂਦਾ, ਉਹਨਾਂ ਨੂੰ ਪਾਰ ਨਹੀਂ ਜਾਣ ਦਿੰਦਾ। ਅਤੇ ਇਹ ਟਕਰਾ ਕੇ ਇੱਥੇ ਜੂਨ ਜੁਲਾਈ ਦੇ ਵਿੱਚ ਪੰਜਾਬ, ਜੰਮੂ ਕਸ਼ਮੀਰ, ਹਿਮਾਚਲ, ਉੱਤਰਾਖੰਡ, ਬਿਹਾਰ, ਇਹ ਸਾਰੇ ਖੇਤਰ ਜਿਹੜੇ ਹਿਮਾਲਿਆ ਦੇ ਨਾਲ ਨਾਲ ਇੱਥੇ ਵਰਖਾ ਕਰਦੇ ਹਨ। ਅਤੇ ਇਹ ਵਰਖਾ ਜਿਹੜੀ ਆ ਭਾਰਤ ਦੇ ਵਿੱਚ ਖੇਤੀਬਾੜੀ ਦੇ ਲਈ ਵਧੀਆ ਹੈਗੀ ਹੈ। ਉਸ ਤੋਂ ਅੱਗੇ ਆ ਪੌਣਾਂ ਦਾ ਪ੍ਰਭਾਵ। ਪੌਣਾਂ ਦਾ ਵੀ ਜਲਵਾਯੂ 'ਤੇ ਬੜਾ ਪ੍ਰਭਾਵ ਪੈਂਦਾ ਹੈ। ਨਮੀ ਭਰੀਆਂ ਪੌਣਾਂ ਮੀਂਹ ਵਰਸਾਉਂਦੀਆਂ ਹਨ। ਪੌਣਾਂ ਮੌਸਮ ਵਿੱਚ ਫੌਰੀ ਤਬਦੀਲੀ ਲਿਆਉਣ ਵਾਲਾ ਕਾਰਕ ਹੁੰਦੀਆਂ ਹਨ। ਮਾਨਸੂਨ ਪੌਣਾਂ ਦਾ ਭਾਰਤ ਦੀ ਜਲਵਾਯੂ 'ਤੇ ਬੜਾ ਪ੍ਰਭਾਵ ਹੈ। ਗਰਮੀਆਂ ਦੇ ਮੌਸਮ ਜਾਂ ਅਰਬ ਸਾਗਰ ਜਾਂ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਦੱਖਣ ਪੱਛਮੀ ਮਾਨਸੂਨ ਨਮੀ ਭਰੀਆਂ ਪੌਣਾਂ ਹੁੰਦੀਆਂ ਹਨ, ਜੋ ਸਾਰੇ ਦੇਸ਼ ਵਿੱਚ ਵਰਖਾ ਕਰਦੀਆਂ ਹਨ ਅਤੇ ਉੱਤਰ ਪੱਛਮੀ ਭਾਰਤ ਵਿੱਚ ਗਰਮੀ ਘਟਾਉਂਦੀਆਂ ਹਨ। ਭਾਰਤੀ ਖੇਤੀ ਕਾਫੀ ਹੱਦ ਤੱਕ ਮਾਨਸੂਨ ਪੌਣਾਂ 'ਤੇ ਨਿਰਭਰ ਕਰਦੀ ਹੈ। ਇਸੇ ਕਾਰਨ ਭਾਰਤੀ ਬਜਟ ਨੂੰ ਮਾਨਸੂਨ ਦਾ ਜੂਆ ਆਖਦੇ ਹਨ। ਅੱਗੇ ਹੈ ਜੈਟ ਸਟ੍ਰੀਮ। ਜੈਟ ਸਟ੍ਰੀਮ ਜਾਂ ਉੱਪਰਲੇ ਹਵਾ ਚੱਕਰ ਦਾ ਜਲਵਾਯੂ 'ਤੇ ਬੜਾ ਪ੍ਰਭਾਵ ਪੈਂਦਾ ਹੈ।
ਸਰਦੀਆਂ ਦੀ ਰੁੱਤ 'ਤੇ ਰੋਮ ਸਾਗਰ ਅਤੇ ਫਾਰਸ ਦੀ ਖਾੜੀ ਤੋਂ ਚੱਕਰਵਾਤ ਭਾਰਤ ਵਿੱਚ ਜੈਟ ਸਟ੍ਰੀਮ ਕਾਰਨ ਹੀ ਆਉਂਦੇ ਹਨ। ਇਹਨਾਂ ਚੱਕਰਵਾਤਾਂ ਦੇ ਕਾਰਨ ਸਰਦੀਆਂ ਨੂੰ ਭਾਰਤ ਦੇ ਪੱਛਮੀ ਅਤੇ ਉੱਤਰੀ ਪੱਛਮੀ ਭਾਗਾਂ ਵਿੱਚ ਵਰਖਾ ਹੁੰਦੀ ਹੈ ਅਤੇ ਉੱਤਰੀ ਭਾਰਤ ਦੀ ਕਣਕ ਦੀ ਖੇਤੀ ਲਈ ਬੇਅੰਤ ਲਾਹੇਵੰਦ ਸਿੱਧ ਹੁੰਦੀ ਹੈ। ਪੂਰਬੀ ਜੈਟ ਧਾਰਾ ਗਰਮੀਆਂ ਦੇ ਮੌਸਮ ਵਿੱਚ ਪ੍ਰਾਇਦੀਪੀ ਭਾਰਤ ਦੇ ਉੱਪਰੋਂ ਚੱਲਦੀ ਹੋਈ ਦੱਖਣ ਪੱਛਮੀ ਮੌਨਸੂਨ ਨੂੰ ਇੱਕਦਮ ਹਰਕਤ ਵਿੱਚ ਲਿਆਉਣ ਵਿੱਚ ਸਹਾਈ ਹੁੰਦੀ ਹੈ। ਜੈਟ ਸਟ੍ਰੀਮ ਵਾਯੂਮੰਡਲ ਦੇ ਉੱਚ ਭਾਗਾਂ ਵਿੱਚ ਬੜੀ ਤੇਜ਼ ਚੱਲਣ ਵਾਲੀ ਪੱਛਮੀ ਪੌਣ ਹੈ। ਇਸ ਦੀ ਉਚਾਈ 12 ਕਿਲੋਮੀਟਰ ਹੁੰਦੀ ਹੈ। ਇਸ ਦੀ ਰਫ਼ਤਾਰ ਗਰਮੀਆਂ ਵਿੱਚ 110 ਕਿਲੋਮੀਟਰ ਪ੍ਰਤੀ ਘੰਟਾ ਅਤੇ ਸਰਦੀਆਂ ਵਿੱਚ 184 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ। ਤਾਂ ਬੱਚਿਓ ਇਹ ਹੈ ਜੈਟ ਸਟ੍ਰੀਮ ਦੇ ਬਾਰੇ। ਦੇਖੋ ਇਕੁਏਟਰ ਲਿਖਿਆ, ਇਕੁਏਟਰ ਦਾ ਮਤਲਬ ਹੁੰਦਾ ਭੂ-ਮੱਧ ਰੇਖਾ। 3 ਵਿੱਚ ਦੇਖੋ ਸਰਕਲ ਬਣੇ ਹੋਏ ਆ, ਹੈਡਲੇ ਸੈੱਲ, ਫੈਰਲ ਸੈੱਲ ਅਤੇ ਪੋਲਰ ਸੈੱਲ। ਇਹ 3 ਬੰਦੇ ਇਹਨਾਂ ਨੇ ਅਲੱਗ-ਅਲੱਗ ਆਪਣੇ ਵਿਚਾਰ ਦਿੱਤੇ ਹੋਏ। ਇਕੁਏਟਰ ਤੋਂ 30 ਡਿਗਰੀ ਨਾਰਥ ਅਤੇ 30 ਡਿਗਰੀ ਤੋਂ 60 ਡਿਗਰੀ ਨਾਰਥ ਅਤੇ 60 ਡਿਗਰੀ ਨਾਰਥ ਤੋਂ ਨਾਰਥ ਪੋਲ ਯਾਨੀ ਉੱਤਰੀ ਧਰੁਵ। ਇਹਦੇ ਵਿੱਚ ਜਿਹੜੀਆਂ ਇਹ ਸਟ੍ਰੀਮਸ ਚੱਲਦੀਆਂ ਉਹਨਾਂ ਦੇ ਬਾਰੇ ਇਹਨਾਂ ਨੇ ਡਿਟੇਲ ਦਿੱਤੀ ਹੋਈ ਆ। ਪਰ ਮੁੱਖ ਦੀ ਗੱਲ ਇਹ ਆ ਵੀ ਜਿਹੜੀ ਜੈਟ ਸਟ੍ਰੀਮ ਆ ਦੇਖੋ ਸਾਡਾ ਸ਼ੋਭ ਮੰਡਲ ਇੱਥੋਂ 10 ਕਿਲੋਮੀਟਰ ਤੱਕ ਹੈ, ਟ੍ਰੋਪੋਸਫੀਅਰ ਜਿਹਨੂੰ ਕਹਿੰਦੇ ਆ, ਪ੍ਰਿਥਵੀ ਥੱਲੇ ਧਰਤੀ ਲਿਖੀ ਹੋਈ ਆ, ਜਿੱਥੇ ਗੋਲਾ ਲੱਗਾ ਆ। ਇਸ ਖੇਤਰ ਦੇ ਵਿੱਚ ਯਾਨੀ ਧਰਤੀ ਤੋਂ ਉੱਪਰ 10 ਕਿਲੋਮੀਟਰ ਉੱਪਰ ਜਿਹੜੀਆਂ ਇਹ ਪੌਣਾਂ ਚੱਲਦੀਆਂ ਅਤੇ ਇਹਨਾਂ ਦੀ ਸਪੀਡ ਬਹੁਤ ਜ਼ਿਆਦਾ ਹੁੰਦੀ ਹੈ। 110 ਕਿਲੋਮੀਟਰ ਗਰਮੀਆਂ 'ਚ ਹੁੰਦੀ ਹੈ ਅਤੇ ਸਰਦੀਆਂ 'ਚ 184 ਕਿਲੋਮੀਟਰ ਤੱਕ ਹੋ ਸਕਦੀ ਹੈ। ਤਾਂ ਬਹੁਤ ਤੇਜ਼ ਹੁੰਦੀ, ਚੱਕਰਵਾਤ ਹੁੰਦੇ ਆ ਅਤੇ ਇਹ ਵਰਖਾ ਲਿਆਉਣ ਦੇ ਲਈ ਬਹੁਤ ਸਹਾਇਕ ਹੁੰਦੇ। ਇਹਨਾਂ ਨੂੰ ਜੈਟ ਸਟ੍ਰੀਮ ਕਿਹਾ ਜਾਂਦਾ ਕਿਉਂਕਿ ਜੈਟ ਦੀ ਸਪੀਡ 'ਤੇ ਚੱਲਦੀਆਂ ਨੇ, ਤੇਜ਼ੀ ਨਾਲ ਚੱਲਦੀਆਂ, ਇਸ ਕਰਕੇ ਜੈਟ ਸਟ੍ਰੀਮ ਕਹਿੰਦੇ ਆ। ਜਲਵਾਯੂ ਦਾ ਮਨੁੱਖੀ ਜੀਵਨ 'ਤੇ ਪ੍ਰਭਾਵ। ਜਲਵਾਯੂ ਦਾ ਮਨੁੱਖੀ ਜੀਵਨ 'ਤੇ ਡੂੰਘਾ ਅਸਰ ਪੈਂਦਾ ਹੈ। ਮਨੁੱਖੀ ਜੀਵਨ ਦੇ ਹਰ ਪੱਖ ਜਿਵੇਂ ਕਿ ਉਸ ਦਾ ਭੋਜਨ, ਕੱਪੜੇ, ਮਕਾਨਾਂ ਦੀ ਬਣਤਰ, ਸਿਹਤ ਅਤੇ ਕੰਮ ਕਰਨ ਦੇ ਵਸੀਲੇ ਆਦਿ ਜਲਵਾਯੂ ਅਨੁਸਾਰ ਹੀ ਕੰਮ ਕਰਦੇ ਹਨ। ਠੰਡੀ ਜਲਵਾਯੂ ਵਾਲੇ ਦੇਸ਼ਾਂ ਵਿੱਚ ਖਾਣ ਪੀਣ ਵਾਲੀਆਂ ਗਰਮ ਚੀਜ਼ਾਂ ਦੀ ਵਰਤੋਂ ਕਰਦੇ ਹਨ, ਜਿਵੇਂ ਕੌਫੀ, ਚਾਹ, ਗਰਮ ਭੋਜਨ, ਅਤੇ ਗਰਮ ਜਲਵਾਯੂ ਵਾਲੇ ਦੇਸ਼ ਲੱਸੀ, ਸ਼ਰਬਤ, ਬਰਫ਼ ਆਦਿ ਦੀ ਵਰਤੋਂ ਕਰਦੇ ਹਨ। ਠੰਡੇ ਦੇਸ਼ਾਂ ਵਿੱਚ ਗਰਮ ਕੱਪੜਿਆਂ ਦੀ ਵਰਤੋਂ ਹੁੰਦੀ ਹੈ, ਜਿਵੇਂ ਕੋਟ, ਸਵੈਟਰ, ਜੈਕਟ, ਰਾਤ ਨੂੰ ਰਜਾਈ, ਕੰਬਲ ਆਦਿ। ਗਰਮ ਜਲਵਾਯੂ ਵਾਲੇ ਦੇਸ਼ਾਂ ਵਿੱਚ ਮਕਾਨ ਖੁੱਲ੍ਹੇ ਅਤੇ ਹਵਾਦਾਰ ਹੁੰਦੇ ਹਨ। ਪਹਾੜੀ ਇਲਾਕਿਆਂ ਵਿੱਚ ਮਕਾਨਾਂ ਦੀਆਂ ਛੱਤਾਂ ਢਾਲਦਾਰ ਬਣਾਈਆਂ ਜਾਂਦੀਆਂ ਹਨ। ਗਰਮ ਦੇਸ਼ਾਂ ਵਿੱਚ ਗੰਨਾ, ਕਪਾਹ, ਚਾਵਲ, ਪਟਸਨ ਅਤੇ ਚਾਹ ਆਦਿ ਦੀ ਫਸਲ ਹੁੰਦੀ ਹੈ। ਠੰਡੀ ਜਲਵਾਯੂ ਵਿੱਚ ਸੇਬ, ਬਦਾਮ, ਚੈਰੀ ਵਰਗੇ ਫਲ ਉਗਾਏ ਜਾਂਦੇ ਹਨ। ਯਾਨੀ ਜਲਵਾਯੂ ਦੇ ਹਿਸਾਬ ਨਾਲ ਮਨੁੱਖੀ ਜੀਵਨ ਹੁੰਦਾ ਆ ਅਤੇ ਜਿਹੜੀਆਂ ਫਸਲਾਂ ਆ ਜਾਂ ਫਲ ਆ ਜਾਂ ਹੋਰ ਕੋਈ ਵਸਤੂਆਂ ਆ ਉਹ ਵੀ ਜਲਵਾਯੂ ਦੇ ਹਿਸਾਬ ਨਾਲ ਹੀ ਬੀਜੀਆਂ ਜਾਂਦੀਆਂ ਆ। ਵਰਖਾ ਦੀਆਂ ਕਿਸਮਾਂ। ਮੁੱਖ ਰੂਪ ਵਿੱਚ ਅਸੀਂ ਵਰਖਾ ਨੂੰ 3 ਪ੍ਰਕਾਰ ਵਿੱਚ ਵੰਡਦੇ ਹਾਂ: ਸੰਵਹਿਨ ਵਰਖਾ, ਪਰਬਤੀ ਵਰਖਾ, ਚੱਕਰਵਾਤੀ ਵਰਖਾ। ਪਹਿਲੀ ਹੈ ਸੰਵਹਿਨ ਵਰਖਾ। ਭੂ-ਮੱਧ ਰੇਖਾ ਦੇ ਖੰਡ 'ਤੇ ਸੂਰਜ ਦੀਆਂ ਸਾਰਾ ਸਾਲ ਸਿੱਧੀਆਂ ਕਿਰਨਾਂ ਪੈਂਦੀਆਂ ਹਨ, ਇਸ ਲਈ ਇੱਥੇ ਗਰਮੀ ਬਹੁਤ ਹੁੰਦੀ ਹੈ ਅਤੇ ਵਾਯੂ ਦਾਬ ਘੱਟ ਹੁੰਦਾ ਹੈ। ਇਸ ਖੰਡ ਦੀਆਂ ਪੌਣਾਂ ਗਰਮ ਹੋ ਕੇ ਉੱਪਰ ਨੂੰ ਉੱਠਦੀਆਂ ਰਹਿੰਦੀਆਂ ਹਨ ਅਤੇ ਉੱਪਰ ਜਾ ਕੇ ਪੌਣਾਂ ਠੰਡੀਆਂ ਹੋ ਜਾਂਦੀਆਂ ਹਨ, ਵਰਖਾ ਵਸਾਉਣ ਲੱਗ ਪੈਂਦੀਆਂ ਹਨ। ਇਸ ਨੂੰ ਸੰਵਹਿਨ ਵਰਖਾ ਕਿਹਾ ਜਾਂਦਾ ਹੈ। ਹੁਣ ਸਾਨੂੰ ਪਤਾ ਵੀ ਧਰਤੀ ਦੇ ਜਿੱਥੇ ਕਿ ਅਸੀਂ ਰਹਿੰਦੇ ਉਸ ਏਰੀਏ ਦੇ ਵਿੱਚ ਗਰਮੀ ਹੁੰਦੀ ਆ, ਜਿਉਂ-ਜਿਉਂ ਅਸੀਂ ਉੱਪਰ ਨੂੰ ਜਾਂਦੇ ਤਾਂ ਜਿਹੜੀ ਆ ਤਾਪਮਾਨ ਘਟਦਾ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਇਹ ਪੌਣਾਂ ਜਿਹੜੀਆਂ ਉੱਪਰ ਨੂੰ ਉੱਠਦੀਆਂ ਹਨ ਅਤੇ ਗਰਮ ਪੌਣਾਂ ਜਿਹੜੀਆਂ ਜੇ ਥੱਲਿਓਂ ਉੱਪਰ ਨੂੰ ਉੱਠਦੀਆਂ ਅਤੇ ਉੱਠਦੀਆਂ ਜਾਂਦੇ ਜਾਂਦੇ ਹੀ ਇਹਨਾਂ ਦੇ ਵਿੱਚ ਜਿਹੜੀ ਨਮੀ ਹੁੰਦੀ ਉਹਦੀ ਮਾਤਰਾ ਵੱਧਦੀ ਜਾਂਦੀ ਹੈ ਅਤੇ ਇੱਕ ਲੈਵਲ 'ਤੇ ਆ ਕੇ ਉਹ ਜਿਹੜੀ ਨਮੀ ਇੰਨੀ ਜ਼ਿਆਦਾ ਹੋ ਜਾਂਦੀ ਹੈ ਵੀ ਹਵਾ ਦੇ ਵਿੱਚ ਟਿਕਣ ਦੇ ਲਾਇਕ ਨਹੀਂ ਦਿੰਦੀ ਅਤੇ ਹੇਠਾਂ ਡਿੱਗਣ ਲੱਗ ਪੈਂਦੀ। ਉਹਨੂੰ ਅਸੀਂ ਸੰਵਹਿਨ ਵਰਖਾ ਕਹਿੰਦੇ ਹਾਂ। ਸੰਵਹਿਨ ਵਰਖਾ ਲੰਬਾ ਸਮਾਂ ਨਹੀਂ ਚੱਲਦੀ ਕਿਉਂਕਿ ਘੱਟ ਵਾਯੂ ਦਾਬ ਕਾਰਨ ਉੱਠਦੀ ਹਵਾ ਖੁਸ਼ਕ ਇਲਾਕਿਆਂ ਤੋਂ ਆਪਣੇ ਵਿੱਚ ਬਹੁਤੀ ਨਮੀ ਨਹੀਂ ਲਿਜਾ ਸਕਦੀ। ਉਂਝ ਅਜਿਹੀ ਵਰਖਾ ਵਿੱਚ ਬੱਦਲਾਂ ਦੀ ਗਰਜ ਅਤੇ ਬਿਜਲੀ ਦਾ ਚਮਕਣਾ ਬਹੁਤ ਹੁੰਦਾ ਹੈ। ਗਰਮ ਅਤੇ ਨਮੀ ਵਾਲੀ ਜਲਵਾਯੂ ਵਾਲੇ ਦੇਸ਼ਾਂ ਵਿੱਚ ਬਿਮਾਰੀਆਂ ਬਹੁਤ ਹੁੰਦੀਆਂ ਹਨ, ਜਿਵੇਂ ਹੈਜ਼ਾ, ਬੁਖਾਰ, ਪੇਟ ਦੇ ਰੋਗ, ਅੱਖਾਂ ਦੀਆਂ ਬਿਮਾਰੀਆਂ ਅਤੇ ਚਮੜੀ ਦੇ ਰੋਗ, ਅਤੇ ਲੋਕਾਂ ਦੀ ਸਿਹਤ ਜਲਦੀ ਵਿਗੜ ਜਾਂਦੀ ਹੈ। ਗਰਮ ਜਲਵਾਯੂ ਅਤੇ ਤੇਜ਼ ਧੁੱਪ ਵਿੱਚ ਜ਼ਿਆਦਾ ਕੰਮਕਾਰ ਨਹੀਂ ਕੀਤਾ ਜਾ ਸਕਦਾ। ਇਸ ਦੇ ਉਲਟ ਠੰਡੀ ਜਲਵਾਯੂ ਵਿੱਚ ਸਰੀਰ ਚੁਸਤ ਰਹਿੰਦਾ ਹੈ ਅਤੇ ਜ਼ਿਆਦਾ ਕੰਮਕਾਰ ਕੀਤਾ ਜਾ ਸਕਦਾ ਹੈ। ਵਰਖਾ
ਨਮੀ ਭਰੀ ਪੌਣ ਜਦੋਂ ਉੱਪਰ ਨੂੰ ਉੱਠਦੀ ਹੈ, ਭਾਵ ਸਮੁੰਦਰ ਤਲ ਤੋਂ ਦੂਰ ਹੁੰਦੀ ਹੈ, ਤਾਂ ਉਚਾਈ ਉੱਤੇ ਜਾ ਕੇ ਇਹ ਠੰਡੀ ਹੋ ਜਾਂਦੀ ਹੈ। ਠੰਡੀ ਹੋਣ ਕਾਰਨ ਪੌਣ ਆਪਣੀ ਨਮੀ ਆਪਣੇ ਹੀ ਅੰਦਰ ਸਮਾ ਕੇ ਰੱਖ ਨਹੀਂ ਸਕਦੀ ਅਤੇ ਇਸ ਲਈ ਨਮੀ ਦਾ ਸੰਘਣਨ ਸ਼ੁਰੂ ਹੋ ਜਾਂਦਾ ਹੈ। ਸੰਘਣਨ ਕੀ ਹੁੰਦਾ ਹੈ? ਜਦੋਂ ਹਵਾ ਦੇ ਵਿੱਚ ਨਮੀ ਜਿਹੜੀ ਆ ਪਾਣੀ ਦੇ ਰੂਪ ਵਿੱਚ ਬਦਲ ਜਾਂਦੀ, ਉਹਨੂੰ ਸੰਘਣਨ ਕਹਿੰਦੇ ਆ। ਇਹ ਨਮੀ ਜਾਂ ਜਲ ਕਣ ਬੱਦਲਾਂ ਦੀ ਸ਼ਕਲ ਵਿੱਚ ਬਦਲ ਜਾਂਦੇ ਹਨ। ਜਦੋਂ ਇਹ ਬੱਦਲ ਕੁਝ ਹੋਰ ਠੰਡੇ ਹੋ ਜਾਂਦੇ ਹਨ ਤੇ ਆਪਣੀ ਨਮੀ ਸਹਾਰਨਾ ਬਿਲਕੁਲ ਹੀ ਸੰਭਵ ਨਹੀਂ ਰਹਿੰਦਾ ਇਹਨਾਂ ਦੇ ਲਈ, ਤਾਂ ਬੱਦਲਾਂ ਦੀ ਇਹ ਨਮੀ ਪਾਣੀ ਦੀਆਂ ਬੂੰਦਾਂ ਦੇ ਰੂਪ ਵਿੱਚ ਧਰਤੀ 'ਤੇ ਡਿੱਗਣ ਲੱਗ ਪੈਂਦੀ ਹੈ। ਇਸ ਨੂੰ ਵਰਖਾ ਕਿਹਾ ਜਾਂਦਾ ਹੈ। ਤਾਂ ਬੱਚਿਓ, ਦੇਖ ਰਹੇ ਹੋ ਤੁਸੀਂ ਕਿਸ ਤਰ੍ਹਾਂ ਵਰਖਾ, ਜਿਵੇਂ ਹੁਣ ਪਾਣੀ ਤੋਂ ਜਿਹੜੀ ਹੈਗੀ ਆ ਪੌਣਾ ਜਿਹੜੀ ਹੈਗੀ ਆ ਭਾਫ਼ ਦੇ ਰੂਪ ਵਿੱਚ ਵਾਸ਼ਪੀਕਰਨ ਹੋ ਕੇ ਉੱਪਰ ਨੂੰ ਜਾਂਦੀਆਂ ਆ, ਫਿਰ ਬੱਦਲ ਦਾ ਰੂਪ ਧਾਰਦੀਆਂ ਆ, ਫਿਰ ਬੱਦਲ ਤੋਂ ਫਿਰ ਵਰਖਾ ਕਰਦੀਆਂ ਆ। ਇਹ ਵਰਖਾ ਦਾ ਇੱਕ ਸਿਸਟਮ ਹੈਗਾ, ਇਹਨੂੰ ਆਪਾਂ ਕਨਵੈਕਸ਼ਨਲ ਰੇਨ ਕਹਿੰਦੇ ਆ, ਜਿਹਨੂੰ ਸਮਾਨ ਵਰਖਾ ਵੀ ਕਿਹਾ ਜਾ ਸਕਦਾ ਹੈ। ਦੂਸਰੀ ਤਰ੍ਹਾਂ ਦੀ ਵਰਖਾ ਪਰਬਤੀ ਵਰਖਾ। ਪੌਣਾ ਜਦੋਂ ਸਮੁੰਦਰ ਤੋਂ ਧਰਤੀ ਵੱਲ ਚੱਲਦੀਆਂ ਹਨ, ਸਮੁੰਦਰ ਉੱਤੋਂ ਲੰਘਣ ਕਾਰਨ ਨਮੀ ਭਰਪੂਰ ਹੋ ਜਾਂਦੀਆਂ ਹਨ, ਤਾਂ ਕਈ ਵਾਰ ਇਹਨਾਂ ਦੇ ਰਾਹ ਵਿੱਚ ਪਹਾੜਾਂ ਦੀ ਰੋਕ ਕਾਰਨ ਇਹ ਪੌਣਾ ਉੱਪਰ ਨੂੰ ਉੱਠਣ ਲੱਗ ਪੈਂਦੀਆਂ ਹਨ। ਉੱਪਰ ਜਾ ਕੇ ਇਹ ਪੌਣਾ ਠੰਡੀਆਂ ਹੋ ਜਾਂਦੀਆਂ ਹਨ ਅਤੇ ਇਹਨਾਂ ਵਿੱਚ ਸੰਘਣਨ ਆਰੰਭ ਹੋ ਜਾਂਦਾ ਹੈ। ਇਸ ਕਾਰਨ ਵਰਖਾ ਸ਼ੁਰੂ ਹੋ ਜਾਂਦੀ ਹੈ। ਇਹ ਹੀ ਕਾਰਨ ਹੈ ਕਿ ਗਰਮੀਆਂ ਦੀਆਂ ਮਾਨਸੂਨ ਪੌਣਾਂ ਜਦੋਂ ਭਾਰਤ ਦੇ ਉੱਤਰ ਵੱਲ ਜਾਂਦੀਆਂ ਹਨ ਤਾਂ ਹਿਮਾਲਿਆ ਪਰਬਤ ਦੀ ਰੁਕਾਵਟ ਕਾਰਨ ਇਹ ਪੌਣਾਂ ਉੱਪਰ ਨੂੰ ਉੱਠ ਪੈਂਦੀਆਂ ਹਨ ਅਤੇ ਠੰਡੀਆਂ ਹੋ ਜਾਣ ਕਾਰਨ ਬਹੁਤ ਵਰਖਾ ਕਰਦੀਆਂ ਹਨ। ਪੌਣਾਂ ਦਾ ਸਮੁੰਦਰ ਤੋਂ ਧਰਤੀ ਵੱਲ ਸਫ਼ਰ ਲਗਾਤਾਰ ਚੱਲਦਾ ਰਹਿਣ ਕਾਰਨ ਪਰਬਤੀ ਵਰਖਾ ਲਗਾਤਾਰ ਲੰਬਾ ਸਮਾਂ ਵਰਸਦੀ ਰਹਿੰਦੀ ਹੈ। ਤਾਂ ਬੱਚਿਓ, ਆ ਪਰਬਤੀ ਵਰਖਾ ਦੇਖੋ, ਇੱਕ ਪਾਸੇ ਹਰਿਆਲੀ, ਇੱਕ ਪਾਸੇ ਸੁੱਕਾ ਆ। ਹੁਣ ਜਦੋਂ ਪੌਣਾਂ ਜਿਹੜੀਆਂ 'ਚ ਨਮੀ ਭਰਪੂਰ ਹੁੰਦੀਆਂ, ਉਹ ਹਰੇ ਵਾਲੇ ਪਾਸੇ ਉੱਪਰ ਨੂੰ ਜਾਂਦੀਆਂ। ਜਦੋਂ ਪਰਬਤ ਅੱਗੇ ਰਸਤੇ 'ਚ ਆ ਜਾਂਦਾ ਨਾ, ਉਹ ਸਿੱਧੀਆਂ ਜਾ ਰਹੀਆਂ ਹੁੰਦੀਆਂ, ਤਾਂ ਹੁਣ ਪਰਬਤ ਰਸਤਾ 'ਚ ਆ ਗਿਆ ਤਾਂ ਉਹ ਫਿਰ ਉੱਪਰ ਨੂੰ ਉੱਠਣੀਆਂ ਸ਼ੁਰੂ ਹੋ ਜਾਂਦੀਆਂ। ਅਤੇ ਜਦੋਂ ਉੱਪਰ ਨੂੰ ਉੱਠਦੀਆਂ ਹੈ ਤਾਂ ਆਪਾਂ ਨੂੰ ਪਤਾ ਵੀ ਜਿਉਂ-ਜਿਉਂ ਅਸੀਂ ਉੱਪਰ ਨੂੰ ਜਾਂਦੇ ਹਾਂ ਤਾਂ ਤਾਪਮਾਨ ਘਟਦਾ ਜਾਂਦਾ ਹੈ। ਤਾਂ ਉਹ ਜਿਹੜੀ ਤਾਪਮਾਨ ਦੇ ਵਿੱਚ ਘਟਣ ਦੇ ਕਾਰਨ ਜਿਹੜੀ ਆ ਵਰਖਾ ਦੀ ਜਿਹੜੀ ਨਮੀ ਇਹਦੇ ਵਿੱਚ ਨਮੀ ਵੱਧਦੀ ਜਾਂਦੀ ਹੈ। ਅਤੇ ਜਿਉਂ-ਜਿਉਂ ਨਮੀ ਵੱਧਦੀ ਜਾਂਦੀ ਹੈ ਅਤੇ ਇੱਕ ਬਿੰਦੂ 'ਤੇ ਆ ਕੇ ਜਿਹੜੀਆਂ ਬੂੰਦਾਂ ਆ ਉਹ ਪਾਣੀ ਨੂੰ ਸਹਾਰਨ ਦੇ ਲਾਇਕ ਨਹੀਂ ਰਹਿੰਦੀਆਂ ਅਤੇ ਪਾਣੀ ਵਰਖਾ ਦੇ ਰੂਪ ਵਿੱਚ ਹੇਠਾਂ ਡਿੱਗਣ ਲੱਗ ਪੈਂਦਾ ਆ। ਅਤੇ ਅਸੀਂ ਦੇਖਦੇ ਹਾਂ ਵੀ ਇਹ ਪੌਣਾਂ ਜਿਹੜੀਆਂ ਇੱਧਰਲੇ ਪਾਸੇ ਹੀ ਵਰਖਾ ਕਰ ਦਿੰਦੀਆਂ ਅਤੇ ਦੂਜਾ ਪਾਸਾ ਸੁੱਕਾ ਰਹਿ ਜਾਂਦਾ। ਤਾਂ ਪਹਾੜ ਦਾ ਇੱਕ ਪਾਸਾ ਜਿਹੜਾ ਹਰਿਆ ਹੋ ਜਾਂਦਾ, ਇੱਕ ਪਾਸਾ ਜਿਹੜਾ ਕਿਉਂਕਿ ਉੱਧਰ ਵਰਖਾ ਨਹੀਂ ਹੁੰਦੀ ਤਾਂ ਉਹ ਸੁੱਕਾ ਹੀ ਰਹਿ ਜਾਂਦਾ। ਇਹਨੂੰ ਅਸੀਂ ਪਰਬਤੀ ਵਰਖਾ ਕਹਿੰਦੇ ਹਾਂ। ਚੱਕਰਵਾਤੀ ਵਰਖਾ ਤੀਸਰੀ ਕਿਸਮ ਹੈ। ਚੱਕਰਵਾਤੀ ਸੰਵਹਿਨ ਵਰਖਾ, ਪਰਬਤੀ ਵਰਖਾ ਅਤੇ ਚੱਕਰਵਾਤੀ ਵਰਖਾ। ਚੱਕਰਵਾਤ ਉਦੋਂ ਉਤਪੰਨ ਹੁੰਦਾ ਹੈ ਜਦੋਂ ਵਾਤਾਵਰਨ ਵਿੱਚ ਬਾਹਰ ਵੱਧ ਵਾਯੂ ਦਾਬ, ਅੰਦਰ ਘੱਟ ਵਾਯੂ ਦਾਬ ਦੀ ਸਥਿਤੀ ਪੈਦਾ ਹੋਵੇ। ਪੌਣ ਵੱਧ ਤੋਂ ਘੱਟ ਵਾਯੂ ਦਾਬ ਵੱਲ ਵਲੇਵੇਂ ਵਾਂਗ ਘੁੰਮਦੀ ਹੈ ਅਤੇ ਘੱਟ ਵਾਯੂ ਦਾਬ ਵਾਲੀਆਂ ਪੌਣਾਂ ਉੱਪਰ ਉੱਠ ਕੇ ਠੰਡੀਆਂ ਹੋ ਜਾਣ ਕਾਰਨ ਵਰਖਾ ਵਰਸਾਉਂਦੀਆਂ ਹਨ। ਸਰਦੀਆਂ ਦੀ ਰੁੱਤੇ ਭਾਰਤ ਦੇ ਉੱਤਰੀ ਅਤੇ ਉੱਤਰ ਪੱਛਮੀ ਭਾਗਾਂ ਵਿੱਚ ਰੋਮ ਸਾਗਰ ਅਤੇ ਫਾਰਸ ਦੀ ਖਾੜੀ ਵੱਲੋਂ ਚੱਕਰਵਾਤ ਆਉਂਦੇ ਹਨ ਅਤੇ ਇਹਨਾਂ ਚੱਕਰਵਾਤਾਂ ਕਾਰਨ ਇੱਥੇ ਵਰਖਾ ਹੁੰਦੀ ਹੈ। ਅਜਿਹੀ ਵਰਖਾ ਨੂੰ ਚੱਕਰਵਾਤੀ ਵਰਖਾ ਕਹਿੰਦੇ ਹਨ। ਪੰਜਾਬ ਦੇ ਹੋਰ ਲਾਗਲੇ ਸੂਬਿਆਂ ਵਿੱਚ ਸਰਦੀਆਂ ਦੀ ਰੁੱਤੇ ਹੋਣ ਵਾਲੀ ਚੱਕਰਵਾਤੀ ਵਰਖਾ ਕਣਕ ਦੀ ਖੇਤੀ ਲਈ ਬਹੁਤ ਲਾਹੇਵੰਦ ਸਿੱਧ ਹੁੰਦੀ ਹੈ। ਹੁਣ ਚੱਕਰਵਾਤ ਤੋਂ ਪਤਾ ਲੱਗਦਾ ਚੱਕਰ ਦੇ ਰੂਪ ਵਿੱਚ ਜਿਹੜੀ ਵਰਖਾ ਹੁੰਦੀ। ਕਹਿਣ ਦਾ ਮਤਲਬ ਹੈ ਵੀ ਇੱਕ ਪਾਸੇ ਵਾਯੂ ਦਾਬ ਘੱਟ ਹੁੰਦਾ, ਇੱਕ ਪਾਸੇ ਵਾਯੂ ਦਾਬ ਜ਼ਿਆਦਾ ਹੁੰਦਾ ਅਤੇ ਉਹ ਵਰਖਾ ਜਿਹੜੀ ਹਵਾ ਆ ਉਹ ਘੁੰਮਣ ਲੱਗ ਪੈਂਦੀ ਹੈ ਅਤੇ ਘੁੰਮਦੀ ਘੁੰਮਦੀ ਉਹਦੇ ਵਿੱਚ ਨਮੀ ਦੀ ਮਾਤਰਾ ਜਿਉਂ-ਜਿਉਂ ਵੱਧਦੀ ਜਾਂਦੀ, ਉੱਪਰ ਨੂੰ ਉੱਠਦੀ ਜਾਂਦੀ, ਠੰਡੀ ਹੋ ਜਾਂਦੀ ਹੈ ਅਤੇ ਵਰਖਾ ਹੋਣ ਲੱਗ ਪੈਂਦੀ। ਇਹਨੂੰ ਅਸੀਂ ਚੱਕਰਵਾਤੀ ਵਰਖਾ ਕਹਿੰਦੇ ਹਾਂ। ਸਾਈਕਲੋਨਿਕ ਰੇਨਫਾਲ ਆ ਹੈਗਾ ਉਹਦਾ ਸਟਰਕਚਰ। ਦੇਖੋ ਕਿਸ ਤਰ੍ਹਾਂ ਉਹ ਇੱਕ ਪਾਸੇ ਜਿਹੜਾ ਹਵਾ ਦਾ ਦਬਾਅ ਘੱਟ ਹੈ, ਇੱਕ ਪਾਸੇ ਹਵਾ ਦਾ ਦਬਾਅ ਜ਼ਿਆਦਾ, ਅਤੇ ਉਹ ਚੱਕਰ ਦੇ ਰੂਪ ਵਿੱਚ ਜਿਹੜੀਆਂ ਪੌਣਾਂ ਚੱਲਦੀਆਂ ਰਹਿੰਦੀਆਂ, ਉੱਪਰ ਨੂੰ ਜਾਂਦੀਆਂ, ਫਿਰ ਵਰਖਾ ਹੁੰਦੀ ਹੈ। ਇਹਨੂੰ ਚੱਕਰਵਾਤੀ ਵਰਖਾ ਕਹਿੰਦੇ। ਅੱਗੇ ਮਾਨਸੂਨ ਪੌਣਾ।
ਮਾਨਸੂਨ ਉਹ ਪੌਣਾ ਹਨ ਜੋ ਮੌਸਮ ਦੇ ਬਦਲਣ ਨਾਲ ਆਪਣੀ ਦਿਸ਼ਾ ਬਦਲ ਲੈਂਦੀਆਂ ਹਨ। ਮਾਨਸੂਨ ਸ਼ਬਦ ਦੀ ਅਸਲ ਵਿੱਚ ਅਰਬੀ ਭਾਸ਼ਾ ਮੌਸਮ ਤੋਂ ਲਿਆ ਗਿਆ ਹੈ। ਇਹ ਪੌਣਾ ਗਰਮੀ ਦੀ ਰੁੱਤ 'ਤੇ ਸਮੁੰਦਰ ਤੋਂ ਧਰਤੀ ਵੱਲ ਅਤੇ ਸਰਦੀ ਦੀ ਰੁੱਤ ਵਿੱਚ ਧਰਤੀ ਤੋਂ ਸਮੁੰਦਰ ਵੱਲ ਚੱਲਦੀਆਂ ਹਨ। ਜਿਸ ਤਰ੍ਹਾਂ ਮੌਸਮ ਬਦਲਦਾ ਹੈ ਉਸੇ ਤਰ੍ਹਾਂ ਇਹ ਪੌਣਾ ਵੀ ਆਪਣੀ ਦਿਸ਼ਾ ਬਦਲ ਲੈਂਦੀਆਂ ਹਨ। ਮਾਨਸੂਨ ਪੌਣਾ ਮੌਸਮੀ ਪੌਣਾ ਹਨ। ਇਹਨਾਂ ਪੌਣਾਂ ਦਾ ਭਾਰਤ ਦੀ ਜਲਵਾਯੂ 'ਤੇ ਬੜਾ ਪ੍ਰਭਾਵ ਪੈਂਦਾ ਹੈ। ਭਾਰਤ ਦੇਸ਼ ਦੀ ਲਗਭਗ 90% ਵਰਖਾ ਇਹਨਾਂ ਪੌਣਾਂ ਕਾਰਨ ਹੀ ਹੁੰਦੀ ਹੈ। ਭਾਰਤ ਦੇਸ਼ ਖੇਤੀਬਾੜੀ ਕਰਨ ਵਾਲਾ ਦੇਸ਼ ਹੈ, ਜਿੱਥੇ ਜ਼ਿਆਦਾ ਲੋਕ ਖੇਤੀਬਾੜੀ ਅਤੇ ਹੋਰ ਸਹਾਇਕ ਧੰਦੇ ਹੀ ਕਰਦੇ ਹਨ। ਖੇਤੀਬਾੜੀ ਲਈ ਮੁੱਖ ਤੌਰ 'ਤੇ ਪਾਣੀ ਦੀ ਲੋੜ ਹੁੰਦੀ ਹੈ। ਇਹ ਪੌਣਾਂ ਇਸ ਲੋੜ ਨੂੰ ਪੂਰਾ ਕਰਦੀਆਂ ਹਨ। ਸੋ ਇਹ ਕਿਹਾ ਜਾ ਸਕਦਾ ਹੈ ਕਿ ਭਾਰਤ ਦੀ ਆਰਥਿਕ ਹਾਲਤ ਇਹਨਾਂ ਪੌਣਾਂ 'ਤੇ ਨਿਰਭਰ ਹੈ। ਮਾਨਸੂਨ ਪੌਣਾ ਜ਼ਿਆਦਾਤਰ ਤਾਂ 20 ਡਿਗਰੀ ਉੱਤਰ ਤੋਂ 20 ਡਿਗਰੀ ਦੱਖਣ ਵਿਚਾਲੇ ਉਸ਼ਣ ਖੰਡਾਂ ਵਿੱਚ ਚੱਲਣ ਵਾਲੀ ਮੌਸਮੀ ਪੌਣ ਹੈ, ਪਰ ਭਾਰਤੀ ਉਪ ਮਹਾਂਦੀਪ ਵਿੱਚ ਇਹ ਪੌਣਾ ਹਿਮਾਲਿਆ ਪਰਬਤ ਦੇ ਪ੍ਰਭਾਵ ਕਾਰਨ ਸਾਰੇ ਉਪ ਮਹਾਂਦੀਪ ਵਿੱਚ ਹੀ ਚੱਲਦੀਆਂ ਹਨ। ਮਾਨਸੂਨ ਪੌਣਾ ਦੇ ਮੁੱਖ ਲੱਛਣ। ਮਾਨਸੂਨ ਪੌਣਾ ਦਾ ਚੱਲਣਾ ਮਨੁੱਖ ਦੇ ਸਾਹਮਣੇ ਪੂਰੀ ਤਰ੍ਹਾਂ ਪ੍ਰਤੱਖ ਨਹੀਂ ਹੋ ਸਕਿਆ ਹੈ, ਪਰ ਇੰਨਾ ਕੁ ਸਪਸ਼ਟ ਹੈ ਕਿ ਪੌਣਾ ਦੇ ਚੱਲਣ ਦਾ ਕੋਈ ਇੱਕ ਕਾਰਨ ਨਹੀਂ ਹੈ। ਮਾਨਸੂਨ ਦੀ ਹੋਂਦ ਲਈ ਕਈ ਤੱਤ ਜ਼ਿੰਮੇਵਾਰ ਹਨ। ਪਹਿਲਾ, ਮਾਨਸੂਨ ਪੌਣਾ ਲਗਭਗ ਕਰਕ ਰੇਖਾ ਅਤੇ ਮਕਰ ਰੇਖਾ ਦੇ ਵਿਚਾਲੇ ਇਲਾਕਿਆਂ ਵਿੱਚ ਚੱਲਦੀਆਂ ਹਨ। ਗਰਮੀ ਦੀ ਰੁੱਤ 'ਤੇ ਭਾਰਤ ਦਾ ਉੱਤਰੀ ਪੱਛਮੀ ਭਾਗ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਹੈ। ਇਸ ਕਾਰਨ ਇੱਥੇ ਵਾਯੂ ਦਬਾਅ ਘਟ ਜਾਂਦਾ ਹੈ। ਇਸ ਦੇ ਉਲਟ ਹਿੰਦ ਮਹਾਸਾਗਰ, ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਉੱਤੇ ਵਾਯੂ ਦਬਾਅ ਵੱਧ ਹੁੰਦਾ ਹੈ। ਸਮੁੰਦਰ ਅਤੇ ਧਰਤੀ ਦੇ ਉੱਪਰ ਵਾਯੂ ਦਬਾਅ ਦੇ ਅੰਤਰ ਕਾਰਨ ਪੌਣਾ ਇਹਨਾਂ ਸਾਗਰਾਂ ਤੋਂ ਧਰਤੀ ਵੱਲ ਵਗਣ ਲੱਗ ਪੈਂਦੀਆਂ ਹਨ। ਇਹਨਾਂ ਨੂੰ ਗਰਮੀ ਦੀਆਂ ਮੌਨਸੂਨ ਪੌਣਾ ਆਖਦੇ ਹਨ। ਦੂਸਰਾ, ਪੱਛਮੀ ਜੈਟ ਸਟ੍ਰੀਮ ਅਤੇ ਊਸ਼ਣੀ ਪੂਰਬੀ ਜੈਟ ਸਟ੍ਰੀਮ ਵੀ ਭਾਰਤ ਦੀਆਂ ਮਾਨਸੂਨ ਪੌਣਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਗਰਮੀਆਂ ਦੇ ਮੌਸਮ ਵਿੱਚ ਪੱਛਮੀ ਜੈਟ ਧਾਰਾ ਹਿਮਾਲਿਆ ਪਰਬਤ ਲੜੀ ਤੋਂ ਉੱਤਰ ਵੱਲ ਖਿਸਕ ਜਾਂਦੀ ਹੈ ਅਤੇ ਇਸ ਦੀ ਥਾਂ ਲੈਣ ਲਈ 50 ਡਿਗਰੀ ਉੱਤਰੀ ਵਿਚਕਾਰ ਲਾਗੇ ਠੰਡੀ ਪੂਰਬੀ ਜੈਟ ਧਾਰਾ ਭਾਰਤੀ ਪ੍ਰਾਇਦੀਪ ਉੱਪਰੋਂ ਵਗਦੀ ਹੈ, ਜੋ ਦੱਖਣ ਪੱਛਮੀ ਮੌਨਸੂਨ ਲੈ ਕੇ ਆਉਂਦੀ ਹੈ। ਤੀਸਰਾ, ਗਰਮੀਆਂ ਵਿੱਚ ਸੂਰਜ ਥੋੜ੍ਹਾ ਜਿਹਾ ਉੱਤਰ ਵੱਲ ਸਰਕ ਜਾਂਦਾ ਹੈ, ਭਾਵ ਕਰਕ ਰੇਖਾ ਉੱਤੇ ਸਿੱਧਾ ਚਮਕ ਰਿਹਾ ਹੁੰਦਾ ਹੈ। ਇਸ ਕਾਰਨ ਗਰਮੀਆਂ ਦੀ ਵਾਯੂ ਦਬਾਅ ਪੇਟੀ ਵੀ ਕੁਝ ਉੱਤਰ ਵੱਲ ਚਲੀ ਜਾਂਦੀ ਹੈ। ਇਸ ਦਾ ਭਾਰਤ ਦੇ ਉੱਤਰੀ ਅਤੇ ਪੱਛਮੀ ਮੈਦਾਨਾਂ 'ਤੇ ਪ੍ਰਭਾਵ ਪੈਂਦਾ ਹੈ ਅਤੇ ਗਰਮੀ ਵੱਧ ਜਾਂਦੀ ਹੈ। ਥਲੀ ਭਾਗ ਵਧੇਰੇ ਗਰਮੀ ਕਾਰਨ ਇੱਥੇ ਵਾਯੂ ਦਬਾਅ ਘਟ ਜਾਂਦਾ ਹੈ ਅਤੇ ਸਮੁੰਦਰੀ ਭਾਗ ਹੌਲੀ ਗਰਮ ਹੋਣ ਨਾਲ ਉੱਥੇ ਵਾਯੂ ਦਬਾਅ ਵੱਧ ਹੁੰਦਾ ਹੈ। ਇਹ ਸਥਿਤੀ ਮਾਨਸੂਨ ਪੌਣਾਂ ਦੇ ਚੱਲਣ ਲਈ ਅਨੁਕੂਲ ਬਣ ਜਾਂਦੀ ਹੈ। ਚੌਥਾ, ਤਿੱਬਤ ਦੀ ਪਠਾਰ ਗਰਮੀਆਂ ਵਿੱਚ ਬਹੁਤ ਗਰਮ ਹੋ ਜਾਂਦੀ ਹੈ। ਇੱਥੇ ਵਾਯੂ ਦਬਾਅ ਘਟ ਜਾਂਦਾ ਹੈ ਕਿਉਂਕਿ ਪੌਣਾਂ ਉੱਪਰ ਨੂੰ ਉੱਠਣ ਲੱਗ ਪੈਂਦੀਆਂ ਹਨ। ਇਸ ਦੀ ਥਾਂ ਲੈਣ ਲਈ ਭਾਰਤ ਦੇ ਦੱਖਣ ਵਿੱਚ ਵੱਧ ਦਾਬ ਵਾਲੀਆਂ ਪੌਣਾਂ ਤਿੱਬਤ ਵੱਲ ਚੱਲ ਪੈਂਦੀਆਂ ਹਨ। ਮਾਨਸੂਨ ਪੌਣਾਂ ਦੇ ਉਤਪੰਨ ਹੋਣ ਦਾ ਇਹ ਵੀ ਇੱਕ ਕਾਰਨ ਬਣ ਜਾਂਦਾ ਹੈ। ਅੱਗੇ ਹੈ ਕੈਰੀਓਲਸ ਫੋਰਸ। ਕੈਰੀਓਲਸ ਸ਼ਕਤੀ। ਧਰਤੀ ਦੀ ਦੈਨਿਕ ਗਤੀ ਦੇ ਕਾਰਨ ਉੱਤਰੀ ਅਰਧ-ਗੋਲੇ ਵਿੱਚ ਪੌਣਾ ਤੇ ਹੋਰ ਸੁਤੰਤਰ ਵਗਦੇ ਵੇਗ ਆਪਣੇ ਸੱਜੇ ਪਾਸੇ ਅਤੇ ਦੱਖਣੀ ਅਰਧ-ਗੋਲੇ ਵਿੱਚ ਆਪਣੇ ਖੱਬੇ ਪਾਸੇ ਮੁੜ ਜਾਂਦੇ ਹਨ। ਇਸ ਸ਼ਕਤੀ ਨੂੰ ਕੈਰੀਓਲਸ ਸ਼ਕਤੀ ਜਾਂ ਫੈਰਲ ਦਾ ਨਿਯਮ ਜਾਂ ਧਰਤੀ ਦੀ ਵਿਖੰਪ ਸ਼ਕਤੀ ਕਿਹਾ ਜਾਂਦਾ ਹੈ। ਗਰਮੀਆਂ ਦੀਆਂ ਮਾਨਸੂਨ ਪੌਣਾਂ। ਗਰਮੀਆਂ ਦੀਆਂ ਮਾਨਸੂਨ ਪੌਣਾਂ ਜੂਨ ਮਹੀਨੇ ਤੋਂ ਲੈ ਕੇ ਸਤੰਬਰ ਮਹੀਨੇ ਦੇ ਅੱਧ ਤੱਕ ਚੱਲਦੀਆਂ ਹਨ। ਗਰਮੀ ਦੀ ਰੁੱਤ 'ਤੇ ਧਰਤੀ ਸਮੁੰਦਰ ਨਾਲੋਂ ਵਧੇਰੇ ਗਰਮ ਹੋ ਜਾਂਦੀ ਹੈ। ਇਸ ਕਾਰਨ ਇਸ ਦਾ ਵਾਯੂ ਦਬਾਅ ਜ਼ਿਆਦਾ ਹੁੰਦਾ ਹੈ। ਇਸ ਵਾਯੂ ਦੇ ਅੰਤਰ ਕਾਰਨ ਪੌਣਾਂ ਸਮੁੰਦਰ ਤੋਂ ਧਰਤੀ ਵੱਲ ਵਗਣ ਲੱਗ ਪੈਂਦੀਆਂ ਹਨ। ਇਹ ਪੌਣਾਂ ਅਰਬ ਸਾਗਰ ਤੋਂ ਆਉਂਦੀਆਂ ਹਨ ਅਤੇ ਨਮੀ ਨਾਲ ਭਰੀਆਂ ਹੁੰਦੀਆਂ ਹਨ, ਇਸ ਲਈ ਬਹੁਤ ਵਰਖਾ ਵਰਸਾਉਂਦੀਆਂ ਹਨ। ਭਾਰਤ ਦੀ ਲਗਭਗ 90% ਵਰਖਾ ਗਰਮੀਆਂ ਦੀਆਂ ਮਾਨਸੂਨ ਪੌਣਾਂ ਕਾਰਨ ਹੀ ਹੁੰਦੀ ਹੈ। ਸੋ ਆਹ ਮਾਨਸੂਨ ਪੌਣਾਂ ਦਾ ਬੱਚਿਓ ਦੇਖੋ ਤੁਸੀਂ
ਭਾਰਤ ਦਾ ਨਕਸ਼ਾ ਆ 2017 ਦੇ ਵਿੱਚ ਜਿਹੜੀ ਹੈਗੀ ਡਿਟੇਲ ਉਸ ਸਾਲ ਦੀ ਲਈ ਗਈ ਆ। ਦੇਖੋ 12-13 ਜੂਨ ਮੇਨ ਜਿਹੜਾ ਹੈਗਾ ਮਾਨਸੂਨ ਪਾਉਣ ਦਾ ਸਮਾਂ ਆ, ਅਤੇ ਸ਼ੁਰੂ 1 ਜੂਨ ਤੋਂ ਹੋ ਜਾਂਦੀਆਂ। ਨਕਸ਼ੇ ਦੇ ਹੇਠਾਂ ਦੇਖੋ ਤੁਸੀਂ ਕੇਰਲ ਵਾਲੇ ਪਾਸਿਓਂ ਚੱਲਦੀਆਂ, ਦੇਖੋ 1 ਜੂਨ ਨੂੰ ਕਿੱਧਰ ਨੂੰ ਜਾ ਰਹੀਆਂ, ਫਿਰ 5, ਫਿਰ 10, ਫਿਰ 15 ਜੂਨ, 1 ਜੁਲਾਈ, 15 ਜੁਲਾਈ, ਫਿਰ 15 ਜੁਲਾਈ ਤੱਕ ਇਹ ਜੰਮੂ ਕਸ਼ਮੀਰ ਤੱਕ ਪਹੁੰਚ ਜਾਂਦੀਆਂ। ਇਸੇ ਤਰ੍ਹਾਂ ਵਿਡਰਾਲ ਮਤਲਬ ਵਾਪਸੀ ਆ। ਹੁਣ ਵਾਪਸੀ ਜਿਹੜੀ ਹੈਗੀ ਆ ਉਹਦੇ ਵਿੱਚ ਜੇ ਅਸੀਂ ਦੇਖਾਂਗੇ ਤਾਂ ਤੁਸੀਂ ਦੇਖੋ ਲਿਖਿਆ 17 ਤੋਂ 23 ਅਕਤੂਬਰ, ਫਿਰ ਅੱਗੇ ਦੂਜੇ ਪਾਸੇ 27 ਤੋਂ 29 ਸਤੰਬਰ, ਇੱਦਾਂ ਕਰਕੇ ਜਿਹੜੀ ਆ ਇਹ ਵਾਪਸੀ ਹੈ ਇਹਦੀ। ਜਿੱਦਾਂ ਇਹ ਜਾਂਦੀਆਂ ਮਾਨਸੂਨ ਪਾਉਣਾ ਉੱਦਾਂ ਹੀ ਵਾਪਸ ਵੀ ਆਉਂਦੀਆਂ। ਸਰਦੀਆਂ ਦੀਆਂ ਮਾਨਸੂਨ ਪਾਉਣਾ। ਸਰਦੀਆਂ ਦੀ ਰੁੱਤ 'ਤੇ ਧਰਤੀ ਸਮੁੰਦਰ ਨਾਲੋਂ ਜ਼ਿਆਦਾ ਠੰਡੀ ਹੋ ਜਾਂਦੀ ਹੈ ਅਤੇ ਇਸ ਦਾ ਵਾਯੂ ਦਾਬ ਸਮੁੰਦਰ ਨਾਲੋਂ ਵੱਧ ਜਾਂਦਾ ਹੈ। ਇਸ ਦੇ ਉਲਟ ਸਰਦੀਆਂ ਦੀ ਰੁੱਤ ਸਮੁੰਦਰ ਧਰਤੀ ਨਾਲੋਂ ਜ਼ਿਆਦਾ ਗਰਮ ਹੁੰਦਾ ਹੈ ਅਤੇ ਇਸ ਕਾਰਨ ਇਸ ਦਾ ਵਾਯੂ ਦਾਬ ਘੱਟ ਹੁੰਦਾ ਹੈ। ਇਸ ਕਾਰਨ ਧਰਤੀ ਤੋਂ ਪੌਣਾਂ ਸਮੁੰਦਰ ਵੱਲ ਚੱਲ ਪੈਂਦੀਆਂ ਹਨ। ਇਹ ਪੌਣਾਂ ਧਰਤੀ 'ਤੇ ਆਉਂਦੀਆਂ ਹਨ, ਇਸ ਲਈ ਇਹ ਖੁਸ਼ਕ ਹੁੰਦੀਆਂ ਹਨ ਅਤੇ ਵਰਖਾ ਨਹੀਂ ਕਰਦੀਆਂ। ਸਰਦੀਆਂ ਦੇ ਕੁਝ ਤਮਿਲਨਾਡੂ ਤੱਟ 'ਤੇ ਪੁੱਜਦੀਆਂ ਹਨ ਅਤੇ ਇੱਥੇ ਵਰਖਾ ਕਰਦੀਆਂ ਹਨ। ਭਾਰਤ ਦੇ ਪੌਣ ਪਾਣੀ ਉੱਤੇ ਮਾਨਸੂਨ ਪੌਣਾਂ ਦਾ ਬੜਾ ਪ੍ਰਭਾਵ ਪੈਂਦਾ ਹੈ। ਭਾਰਤ ਦੀ ਖੇਤੀਬਾੜੀ ਅਤੇ ਕਈ ਉਦਯੋਗ ਜਿਵੇਂ ਖੰਡ, ਕੱਪੜਾ, ਬਨਸਪਤੀ, ਘਿਓ ਆਦਿ ਇਹਨਾਂ ਪੌਣਾਂ ਉੱਤੇ ਨਿਰਭਰ ਹਨ, ਕਿਉਂ ਜੋ ਇਹਨਾਂ ਉਦਯੋਗਾਂ ਦਾ ਸੰਬੰਧ ਖੇਤੀਬਾੜੀ ਨਾਲ ਹੈ ਅਤੇ ਖੇਤੀਬਾੜੀ ਮਾਨਸੂਨ ਪੌਣਾਂ 'ਤੇ ਨਿਰਭਰ ਹੈ। ਸਮਤਾਪ ਰੇਖਾ। ਨਕਸ਼ੇ ਉੱਤੇ ਖਿੱਚੀ ਗਈ ਉਹ ਰੇਖਾ ਹੁੰਦੀ ਹੈ ਜੋ ਇੱਕੋ ਜਿਹੀ ਤਾਪਮਾਨ ਵਾਲੀਆਂ ਥਾਵਾਂ 'ਤੇ ਮਿਲਦੀ ਹੈ। ਸਮਤਾਪ ਰੇਖਾਵਾਂ ਕਿਸੇ ਇਲਾਕੇ ਵਿੱਚ ਕਿਸੇ ਖਾਸ ਸਮੇਂ ਉੱਤੇ ਤਾਪਮਾਨ ਵੰਡ ਦਰਸਾਉਣ ਲਈ ਵਰਤੀਆਂ ਜਾਂਦੀਆਂ ਹਨ। ਮਾਨਸੂਨ ਪੌਣਾਂ ਦੀਆਂ ਵਿਸ਼ੇਸ਼ਤਾਵਾਂ। ਮਾਨਸੂਨ ਪੌਣਾਂ ਕਈ ਵਾਰ ਆਪਣੇ ਨਿਸ਼ਚਿਤ ਸਮੇਂ ਤੋਂ ਪਹਿਲਾਂ ਜਾਂ ਪਿੱਛੋਂ ਆਉਂਦੀਆਂ ਹਨ। ਦੂਸਰਾ, ਇਹ ਪੌਣਾਂ ਕਿਸੇ ਸਾਲ ਜ਼ਿਆਦਾ ਵਰਖਾ ਕਰਦੀਆਂ ਹਨ, ਕਿਸੇ ਸਾਲ ਕਮਜ਼ੋਰ ਹੁੰਦੀਆਂ ਹਨ ਅਤੇ ਘੱਟ ਵਰਖਾ ਕਰਦੀਆਂ ਹਨ। ਜ਼ਿਆਦਾ ਵਰਖਾ ਕਰਨ ਵਾਲੇ ਸਾਲ ਨਦੀਆਂ ਵਿੱਚ ਹੜ੍ਹ ਆ ਜਾਂਦੇ ਹਨ, ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ। ਘੱਟ ਵਰਖਾ ਵਾਲੇ ਸਾਲ ਸੋਕਾ ਪੈ ਜਾਂਦਾ ਹੈ ਅਤੇ ਫਸਲਾਂ ਮਾਰੀਆਂ ਜਾਂਦੀਆਂ ਹਨ। ਤੀਸਰਾ, ਕਈ ਵਾਰ ਇਹ ਪੌਣਾਂ ਲਗਾਤਾਰ ਨਹੀਂ ਚੱਲਦੀਆਂ, ਕੁਝ ਸਮੇਂ ਲਈ ਰੁਕ ਜਾਂਦੀਆਂ ਹਨ, ਇਸ ਕਾਰਨ ਵਰਖਾ ਵਿੱਚ ਰੁਕਾਵਟ ਪੈਂਦੀ ਹੈ। ਸੋ ਬੱਚਿਓ, ਇਹ ਸਾਡਾ ਜਲਵਾਯੂ ਦਾ ਪਹਿਲਾ ਭਾਗ ਸੀ। ਅਗਲਾ ਭਾਗ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ। ਇਸ ਨੂੰ ਧਿਆਨ ਨਾਲ ਦੇਖ ਲਿਓ, ਪੜ੍ਹ ਲਿਓ, ਸਮਝ ਲਿਓ। ਧੰਨਵਾਦ।